श्री गुरु नानक पाद पंकज बंदन पाद पंकज बंदना सिमरो अंगद दुख निकंदन दुख निकंदना अमरदास गुर हृदय श्री गुरु रामदास गुण गावो श्री गुरु रामदास गुण गावो गुरु अर्जन विघ्न के नाशक विघ्न के नाशक गुरु हर गोविंद शुभ मत पर शुभ मत पर गुरु हर राय नमो कर जोरी नमो कर जोरी गुरु हर कृष्ण मनाए बहोरी मनाए बहोरी तेग बहादुर परम गिरपाला जी परम कृपाला गुरु गोबिंद सिंह विशाला गुरु गोबिंद सिंह विशाला तरों तरापुर पुन पुन सीसा जी पुन पुन सीसा बंदों बार बार जगदीशा बंदों बार बार जगदीशा। श्री गुरु ग्रंथ साहिब पातशाह महाराज जी की पावन पवित्र हजूरी के अंदर सवाईमान गुरु प्यारी साध संगत जी आप जी शाम के दीवाना अंदर श्री गुरु अमरदास महाराज जी के पावन जीवन की जो कथा चल रही है उस दे विच हाज़री भरन दे लई जुड़ बैठे हो। कल आपां इत्थों तईं दी कथा श्रवण कीती सी। जो सावण मल जी गए हन लकड़ा लैण वास्ते उन्होंने राजे दे पुत्र नूं जिउंदा कर दिता है। उस तो बाद उन्होंने लकड़ा भी उत्थों भेजियां हन। आओ हुण जो उन्हां दी सावण मल जी की कथा चलेगी अगे का जो इतिहास है बड़े प्यार सत्कार दे नाल श्रवण करिए। कथा आरंभ करन तो पहला गुरु जी वालों बख्शी हुए गुरमंत्र दे नाल सांझ पाइए। सतनाम श्री वाहिगुरु साहिब जी सतनाम श्री वाहिगुरु साहिब जी। तरह कामना जाचै आन जो ते सुरमाल ते पूर करंत। जिस किसे विच भी कोई भी कामना किसी की कोई भी इच्छा हुंदी है भाई सावण मल जी वो जिहड़ा रमाल है रिद्धियां सिद्धियां वाला उस दे नाल उन्हां सारियां दी कामनावां पूरियां कर दिंदे हन। सुत बिद की कै तन अरोग की इत्यातक प्राप्त हर खंत। सुत किसे नूं पुत्र दी लोड़ है धन दी लोड़ है या किसी का तन रोगी है ऐसी कोई भी किसी नूं मर जाए सारे ही रोगों का इलाज ये जिन्ने भी दुनिया ते ये रोग हैं सबना का इलाज भाई सावण मल जी वो चमत्कारी जिहड़ा रुमाल है उहदे नाल कर दिंदे हन। पायन पास पायन अर्पत सर्व देश नर जस उचरंत। सारे देशों के लोग इकट्ठे होके आते हैं उन्हां दियां पैरां विच भेटावां रखते हैं ਅਤੇ ਉਹਨਾਂ ਦਾ ਜਸ ਗਾਉਂਦੇ ਨੇ, क्योंकि जस ਤਾਂ ਗਾ ਰਹੇ ਨੇ ਕਿਸੇ ਨੂੰ ਵੀ ਅਸੀਂ ਕੋਈ ਸਾਡੀਆਂ ਇੱਛਾਵਾਂ ਕੋਈ ਵੀ ਪੂਰੀਆਂ ਕਰ ਦੇਵੇ ਅਸੀਂ ਉਹਦਾ ਜਸ ਜ਼ਰੂਰ ਗਾਉਂਦੇ ਹਾਂ।
ਔਰ ਜ਼ਿੰਦਗੀ ਵਿੱਚ ਇਹ ਵੇਖਿਆ ਵੀ ਜਾਂਦਾ ਸਾਧ ਸੰਗਤ, ਮਨੁੱਖ ਦੀ ਜਿਹੜੀ ਸ਼ਰਧਾ ਪਰਮੇਸ਼ਰ ਦੇ ਘੱਟ ਹੈ, ਜਿਹੜੇ ਅੱਗੇ ਪਰਮੇਸ਼ਰ ਤੋਂ ਅੱਗੇ ਹਨ ਉਹਨਾਂ ਤੇ ਜ਼ਿਆਦਾ ਬਣ ਜਾਂਦੀ ਹੈ। ਪਰਮੇਸ਼ਰ ਨੂੰ ਲੋਕ ਬੇਹਿਸ਼ਤਰ ਦੁਨੀਆ ਭੁੱਲ ਜਾਂਦੀ ਹੈ। ਲੋਕ, ਮਹਾਰਾਜ ਨੇ ਗੁਰਬਾਣੀ ਵਿੱਚ ਇਹ ਵੀ ਕਿਹਾ, ਗੁਰੂ ਮਹਾਰਾਜ ਨੇ ਸ਼੍ਰੀ ਦਸਮ ਗ੍ਰੰਥ ਦੀ ਬਾਣੀ 'ਚ ਕਿਹਾ ਸ਼ਾਇਦ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੈਂ। ਜਿਹੜੇ ਸਾਨੂੰ ਪਰਮੇਸ਼ਰ ਕੇ ਮਹਾਰਾਜ ਕਹਿੰਦੇ ਮੋਕੋ ਦਾਸ ਤਮਨ ਕਾ ਜਾਣਾ, ਮੈਂ ਤੇ ਪਰਮੇਸ਼ਰ ਦਾ ਦਾਸ ਹਾਂ, ਉਹਦਾ ਭੇਜਿਆ ਹੋਇਆ ਇੱਕ ਦਾਸ ਹਾਂ। ਔਰ ਇਹ ਦੁਨੀਆ ਦੇ ਵਿੱਚ ਜਗਤ ਦਾ ਤਮਾਸ਼ਾ ਵੇਖਣ ਲਈ ਆਇਆ, ਮੈਂ ਪਰਮੇਸ਼ਰ ਨਹੀਂ ਹਾਂ। ਇਸ ਕਰਕੇ ਦੁਨੀਆ ਉੱਥੇ ਜ਼ਿਆਦਾ ਟਿਕਾ ਹੋਣ ਲੱਗ ਜਾਂਦਾ ਹੈ ਜਿੱਥੇ ਕੋਈ ਮਨੁੱਖ ਦੀ ਕਾਮਨਾ ਪੂਰੀ ਕਰਨ ਵਾਲਾ, ਦੁਨਿਆਵੀ ਇੱਛਾ ਪੂਰੀ ਕਰਨ ਵਾਲਾ ਹੁੰਦਾ ਹੋਵੇ। ਸਿੱਖੀ ਬਿਖਰੀ ਸਾਵਣ ਮਲ ਕੀ, ਅਜਮਤ ਹੇਰਤ ਔਰ ਬਿਸਮੰਤ। ਭਾਈ ਸਾਵਣ ਮਲ ਦੀ ਜਿਹੜੀ ਸਿੱਖੀ ਸੇਵਕੀ ਬੜੀ ਦੂਰ ਤੋਂ ਹੀ ਫੈਲ ਗਈ। ਬੜੇ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਬੜੀ ਦੂਰ ਤੋਂ ਹੀ ਸਿੱਖੀ ਫੈਲ ਗਈ। ਜਿੱਥੋਂ ਜਿੱਥੋਂ ਵੀ ਲੋਕ ਚੱਲ ਕੇ ਆਉਂਦੇ ਨੇ ਉਹਨਾਂ ਦੀਆਂ ਕਾਮਨਾਵਾਂ ਉਹ ਪੂਰੀਆਂ ਕਰ ਦਿੰਦੇ ਹਨ। ਰਾਜਾ ਰਾਣੀ ਤਰਾਸ ਕਰਤ ਬਹੁ, ਸੇਵ ਹੈ ਨਿਤ ਹੋਏ ਕਰ ਅਨੁਸਾਰ। ਰਾਜਾ ਰਾਣੀ ਬੜਾ ਡਰ ਮੰਨਦੇ ਨੇ ਭਾਈ ਸਾਵਣ ਮਲ ਦਾ, ਕਿਉਂਕਿ ਉਹਨਾਂ ਨੂੰ ਡਰ ਹੋਣਾ ਹੀ ਹੈ ਉਹਨਾਂ ਦਾ ਮਰਿਆ ਹੋਇਆ ਪੁੱਤਰ ਜੋ ਜੀਵਿਤ ਹੋਇਆ ਹੈ, ਤੇ ਬੜੇ ਤਰੀਕਿਆਂ ਨਾਲ ਉਹਨਾਂ ਦੀ ਸੇਵਾ ਕਰਦੇ ਹਨ। ਬਹੁਤ ਮੋਲ ਕੇ ਬਸਤਰ ਮੰਗਵਾਵੇਂ, ਕਰਵਾਵੇਂ ਪੋਸਸ ਸਭ ਚਾਰ। ਬੜੇ ਮਹਿੰਗੇ ਮਹਿੰਗੇ ਵਸਤਰ ਮੰਗਾਉਂਦੇ ਨੇ, ਆ ਕੇ ਭਾਈ ਸਾਵਣ ਮਲ ਜੀ ਨੂੰ ਦਿੱਤੇ ਜਾਂਦੇ ਨੇ ਤੇ ਭਾਈ ਸਾਵਣ ਮਲ ਜੀ ਉਹਨਾਂ ਨੂੰ ਪਹਿਨਦੇ ਹਨ। ਭੋਜਨ ਮਹਿ ਅਮੇਜ ਕਰ ਮੇਵੇ, ਸੁਭ ਸਵਾਦਨ ਕੋ ਦੇਤ ਆਹਾਰ। ਭੋਜਨ ਦੇ ਵਿੱਚ ਕਈ ਪ੍ਰਕਾਰ ਦੀਆਂ ਮਠਾਈਆਂ ਮੇਵੇ ਇਹ ਮੰਗਾਉਂਦੇ ਨੇ, ਬੜੀ ਸੇਵਾ, ਬੜੇ ਸਵਾਦਿਸ਼ਟ ਭੋਜਨ ਉਹਨਾਂ ਦੇ ਅੱਗੇ ਲਿਆ ਕੇ ਰੱਖ ਦਿੰਦੇ ਹਨ। ਠਾਂਡੇ ਰਹਿ ਦਾਸ ਹਿਤ ਸੇਵਾ, ਹੁਕਮ ਦੇ ਸੋ ਕਰਹਿ ਸੁਧਾਰ। ਕਈ ਸੇਵਕ ਨੇ ਜਿਹੜੇ ਉਹਨਾਂ ਦੇ ਅੱਗੇ ਰਾਜੇ ਨੇ ਖਿਲਾਰੇ ਹੋਏ ਨੇ ਕਿ ਜਦੋਂ ਵੀ ਇਹ ਕੋਈ ਇੱਛਾ ਕਰਨ ਨਾਲੋਂ ਨਾਲ ਇਹਨਾਂ ਦੀ ਇੱਛਾ ਪੂਰੀ ਕਰਨੀ ਹੈ। ਉਹ ਹਮੇਸ਼ਾ ਹੱਥ ਜੋੜ ਕੇ ਹੀ ਅੱਗੇ ਖਲੋਤੇ ਹਨ। ਅਸਪਤ ਊਚੋ ਜਬਹਿ ਪਹੁੰਚੋ ਚਿਤ ਮਹਿ, ਚਿਤਵਤ ਭਾਏ ਸੁਭਾਏ। ਕਹਿੰਦੇ ਇਸ ਤਰੀਕੇ ਨਾਲ ਬਹੁਤ ਉੱਚੀ ਪਦਵੀ ਤੇ ਪਹੁੰਚ ਗਏ ਤੇ ਹੁਣ ਮਨ ਦੇ ਵਿੱਚ ਇਹ ਸੋਚਣ ਲੱਗੇ ਹਨ, ਕਾਰਜ ਸੁਧਰ ਗਇਓ ਸਭ ਗੁਰ ਕੋ, ਪਹੁੰਚਾਏ ਕਾਸ਼ਟ ਸਮੁਦਾਏ। ਕਹਿੰਦੇ ਨੇ ਮਨ ਵਿੱਚ ਜਿਹੜਾ ਗੁਰੂ ਨੇ ਮੈਨੂੰ ਕਾਰਜ ਦਿੱਤਾ ਸੀ ਲੱਕੜਾਂ ਦਾ, ਉਹ ਤੇ ਹੁਣ ਪੂਰਾ ਹੋ ਗਿਆ। ਮੈਂ ਇੱਥੋਂ ਲੱਕੜਾਂ ਗੁਰੂ ਦੇ ਦੁਆਰੇ ਭੇਜ ਦਿੱਤੀਆਂ ਹਨ। ਗੁਰ ਕੇ ਘਰ ਸਭ ਉਸਰ ਪਰਹਿੰਗੇ, ਬੋਰੋ ਕੁਛ ਬਾਕੀ ਬਚ ਜਾਏ। ਗੁਰੂ ਦੇ ਜਿੰਨੇ ਵੀ ਉੱਥੇ ਘਰ ਨੇ ਰਹਿਣ ਵਾਲੇ ਨੇ ਸਾਰਿਆਂ ਦੇ ਘਰ ਬਣ ਜਾਣਗੇ, ਕਿਸੇ ਦਾ ਵੀ ਘਰ ਪਿੱਛੇ ਬਚਣਾ ਨਹੀਂ ਹੈ। ਗੋਇੰਦਵਾਲ ਉਚਿਤ ਹੈ ਚਲਬੋ, ਦਰਸ਼ਨ ਸਤਿਗੁਰ ਪੰਕਜ ਪਾਏ। ਤੇ ਮਨ ਵਿੱਚ ਸੋਚਦੇ ਨੇ ਹੁਣ ਗੋਇੰਦਵਾਲ ਸਾਹਿਬ ਚੱਲਣਾ ਚਾਹੀਦਾ, ਗੁਰੂ ਦੇ ਦਰਸ਼ਨ ਕਰੀਏ। ਬੜਾ ਟਾਈਮ ਹੋ ਗਿਆ, ਬੜਾ ਸਮਾਂ ਹੋ ਗਿਆ ਅਸੀਂ ਇੱਥੇ ਆ ਕੇ ਬੈਠੇ ਹਾਂ। ਤਉ ਇੱਕ ਚਿੰਤਾ ਮਹਿ ਜੈਬੇ, ਇਸ ਰੁਮਾਲ ਤੇ ਅਜਮਤਵਾਨ। ਨਾਲ ਦੀ ਨਾਲ ਇੱਕ ਚਿੰਤਾ ਮਨ ਦੇ ਵਿੱਚ ਆ ਗਈ। ਕਹਿੰਦੇ ਮਨਾ, ਜਿਹੜਾ ਰੁਮਾਲ ਤੂੰ ਗੁਰੂ ਦਾ ਇਹ ਲਿਆ ਹੈ, ਇਹ ਰੁਮਾਲ ਤੇ ਬੜਾ ਕਰਾਮਾਤੀ ਹੈ, ਇਸ ਦੇ ਵਿੱਚ ਤੇ ਬੜਾ ਕਰਾਮਾਤਾਂ ਹਨ, ਤੇ ਇਹ ਰੁਮਾਲ ਤੂੰ ਆਪਣੇ ਕੋਲ ਰੱਖਿਆ ਹੋਇਆ ਹੈ। ਇੱਕ ਪਹੁੰਚੇ ਗੁਰ ਲੇਵਹਿੰਗੇ, ਇਹੋ ਕਾਰਜ ਭਇਓ ਪੂਰ ਔਰ ਜਾਨ। ਮਨ ਵਿੱਚ ਚਿੰਤਾ ਆ ਗਈ ਵੀ ਮੈਂ ਹੁਣ ਉੱਥੇ ਜਾਵਾਂਗਾ, ਕੰਮ ਪੂਰਾ, ਗੁਰੂ ਜੀ ਤੇ ਰੁਮਾਲ ਲੈ ਲੈਣਗੇ ਵੀ ਮੇਰੇ ਕੋਲ ਤੇ ਜਿੰਨੀ ਮੇਰੀ ਪੂਜਾ ਹੈ, ਸ਼ਕਤੀ ਹੈ, ਇਹ ਰੁਮਾਲ ਕਰਕੇ ਹੈ। ਜੇ ਰੁਮਾਲ ਹੀ ਗੁਰੂ ਜੀ ਨੇ ਲੈ ਲਿਆ ਤੇ ਫਿਰ ਮੇਰੀ ਤੇ ਕੋਈ ਪੂਜਾ ਵੀ ਨਹੀਂ ਕਰੇਗਾ। ਇਹ ਚਿੰਤਾ ਉਹਨਾਂ ਦੇ ਮਨ ਵਿੱਚ ਆ ਗਈ ਹੈ। ਸ਼ਕਤਹੀਨ ਹੋਏ ਹੋਂ ਤਿਸ ਛਿਨ ਮਹਿ,
ਮਨ ਵਿੱਚ ਆਇਆ, ਕਿਉਂਕਿ ਮਨੁੱਖ ਜਦੋਂ ਬੜੀ ਵੱਡੀ ਪਦਵੀ ਤੇ ਪਹੁੰਚ ਜਾਏ, ਹੁਣ ਕਿਹਦਾ ਦਿਲ ਕਰਦਾ ਉੱਤੋਂ ਥੱਲੇ ਆਉਣ ਨੂੰ। ਕਹਿੰਦੇ ਬੜੀ ਵੱਡੀ ਪਦਵੀ ਹੈ, ਇੱਜ਼ਤ ਬੜੀ ਹੈ, ਲੋਕ ਬੜੀ ਜੈਜਾਕਾਰ ਕਰਦੇ ਨੇ, ਜੇ ਕਿਤੇ ਇਹ ਥੱਲੇ ਲੈ ਗਿਆ, ਮੇਰੇ ਤੋਂ ਰੁਮਾਲ ਚਲਾ ਗਿਆ, ਮੇਰੀ ਤੇ ਕੋਈ ਇੱਜ਼ਤ ਨਹੀਂ ਕਰੇਗਾ। ਔਰ ਮਨੁੱਖ ਸਾਰਾ ਕੁਝ ਕਰਦਾ ਤੇ ਮਾਣ ਵਡਿਆਈ ਵਾਸਤੇ ਹੀ ਹੈ। ਦੁਨੀਆ ਦੇ ਵਿੱਚ ਮਨੁੱਖ ਦੀਆਂ ਜਿੰਨੀਆਂ ਕੁ ਜ਼ਰੂਰਤਾਂ ਨੇ ਉਹ ਪੂਰੀਆਂ ਹੋਈਆਂ ਨੇ, ਬਾਕੀ ਤੇ ਹੁਣ ਜਿਹੜੀ ਦੌੜ ਹੈ ਉਹ ਮਾਣ ਵਡਿਆਈ ਦੀ ਰਹਿ ਗਈ ਹੈ। ਕਿਉਂਕਿ ਜਿੰਨਾ ਕੁ ਮਨੁੱਖ ਜ਼ਿਆਦਾ ਬਾਹਰੋਂ ਸ਼ੋਅ ਕਰੇਗਾ, ਉਨੀ ਉਹਦੀ ਵਡਿਆਈ ਹੈ। ਦੁਨੀਆ ਬਾਹਰ ਦੇ ਧਨ ਨੂੰ ਵੇਖਦੀ ਹੈ, ਦੌਲਤ ਨੂੰ ਵੇਖਦੀ ਹੈ, ਹੋਰ ਤੇ ਕੁਝ ਵੇਖਿਆ ਨਹੀਂ ਜਾਂਦਾ। ਜਿਹਦੇ ਕੋਲ ਜਿੰਨਾ ਜ਼ਿਆਦਾ ਧਨ ਦੌਲਤ ਹੈ, ਉਨੀ ਉਹਦੀ ਵਡਿਆਈ ਹੈ। ਪਰ ਸਾਧ ਸੰਗਤ, ਇਹ ਜਿਹੜੀ ਵਡਿਆਈ ਹੈ ਇਹ ਧਨ ਤੇ ਦੌਲਤ ਦੀ ਹੈ, ਬੰਦੇ ਦੀ ਨਹੀਂ ਹੈ। ਮਨੁੱਖਾਂ ਦੀ ਕੌਣ ਇੱਜ਼ਤ ਕਰਦਾ ਹੈ? ਕੋਈ ਨਹੀਂ ਕਰਦਾ। ਬੰਦਿਆਂ ਦੀ ਇੱਜ਼ਤ ਨਹੀਂ ਹੈ, ਉਹ ਦੌਲਤ ਦੀ ਇੱਜ਼ਤ ਹੈ। ਜਿਵੇਂ ਕੋਈ MLA ਬਣ ਜਾਏ, ਕੋਈ DC ਬਣ ਜਾਏ, SP ਬਣ ਜਾਏ, ਹੁਣ ਉਹ ਮਨੁੱਖ ਦੀ ਵੈਲਿਊ ਨਹੀਂ ਹੈ। ਜਿਹੜੀ ਉਹਦੇ ਕੋਲ ਪਦਵੀ ਹੈ ਉਹਦੀ ਵੈਲਿਊ ਹੈ। ਕਦੀ ਵੇਖਣਾ ਜਦੋਂ ਤੇ ਮਨੁੱਖ ਬੜੀਆਂ ਵੱਡੀਆਂ ਪੋਸਟਾਂ ਤੇ ਹੁੰਦੇ ਨੇ, MLA ਹੁੰਦੇ ਨੇ, MP ਹੁੰਦੇ ਨੇ, ਦੁਨੀਆ ਜਾ ਜਾ ਕੇ ਬਹਿੰਦੀ ਹੈ, ਪੋਸਟ ਚਲੀ ਜਾਂਦੀ ਹੈ, ਲੋਕੀ ਆਪਣੇ ਘਰ ਆ ਜਾਂਦੇ ਨੇ, ਕੋਈ ਵੀ ਨਹੀਂ ਪੁੱਛਦਾ ਬਾਤ। ਇਹ ਜਿੰਨੀ ਮਾਣ ਵਡਿਆਈ ਹੈ ਪਦਵੀ ਦੀ ਹੈ, ਮਨੁੱਖ ਦੀ ਵਡਿਆਈ ਘੱਟ ਹੈ, ਬੰਦੇ ਦੀ ਵਡਿਆਈ ਨਹੀਂ ਹੈ। ਮਹਾਰਾਜ ਕਹਿੰਦੇ ਇੱਕ ਮਨੁੱਖ ਐਸੇ ਨੇ, ਪਰ ਜਿਹੜੇ ਰੱਬ ਦਾ ਨਾਂ ਲੈਂਦੇ ਨੇ ਉਹਨਾਂ ਦੀ ਵਡਿਆਈ ਜੁਗਾਂ ਤੋਂ ਹੀ ਹੁੰਦੀ ਹੈ। ਉਹ ਦੁਨੀਆ 'ਚੋਂ ਚਲੇ ਵੀ ਜਾਂਦੇ ਨੇ, ਲੋਕੀ ਉਹਨਾਂ ਦਾ ਨਾਮ ਹੀ ਜਪਦੇ ਰਹਿੰਦੇ ਨੇ। ਮਾਣਿਕ ਦੀ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਪਰਮੇਸ਼ਰ ਦਾ ਨਾਮ, ਗੁਰੂ ਦਾ ਨਾਮ ਰਹਿੰਦਾ ਦੁਨੀਆ ਤੇ, ਹਮੇਸ਼ਾ ਵਾਸਤੇ ਰਹਿੰਦਾ ਹੈ, ਕਦੀ ਵਿਸਰਦਾ ਨਹੀਂ ਹੈ। ਸਾਧ ਸੰਗਤ ਕਹਿੰਦੇ ਰੱਬ ਦਾ ਨਾਂ, ਪਰ ਮਨੁੱਖ ਰੱਬ ਦਾ ਨਾਂ ਲੈਂਦਾ ਘੱਟ ਹੈ। ਇਹਦੇ ਵਾਸਤੇ ਨਾ ਇੱਕ ਸਾਖੀ ਹੈ ਬੜੀ ਕਮਾਲ ਦੀ, ਮੈਂ ਪੜ੍ਹ ਰਿਹਾ ਸੀ। ਕਹਿੰਦੇ ਇੱਕ ਭਗਤ ਨੇ ਵਰੁਣ ਦੇਵਤੇ ਨੂੰ ਖੁਸ਼ ਕਰ ਲਿਆ। ਕਹਾਣੀ ਹੈ, ਉਹਨੇ ਖੜੇ ਹੋ ਕੇ ਉਹਨੂੰ ਹੀਰਾ ਦਿੱਤਾ। ਕਹਿੰਦੇ ਜਾ ਲੈ ਜਾ, ਖੁਸ਼ ਹੋ ਜਾਏ, ਜ਼ਿੰਦਗੀ ਤੇਰੀ ਸੌਖੀ ਲੰਘ ਜਾਏਗੀ। ਉਹਦੇ ਕੋਲ ਇੱਕ ਪਾਟੀ ਜੀ ਗੋਦੜੀ ਹੈ, ਹੀਰਾ ਉਹਨੇ ਉਹਦੇ ਵਿੱਚ ਸਿਉਂ ਲਿਆ, ਸਿਉਂ ਕੇ ਤੇ ਚੱਲਿਆ ਆ ਰਿਹਾ, ਖੁਸ਼ ਬੜਾ ਹੈ। ਕਿਉਂਕਿ ਜਦੋਂ ਮਨੁੱਖ ਨੂੰ ਕੁਝ ਮਿਲਦਾ ਹੈ, ਉਹਦੇ ਚਿਹਰੇ ਦਾ ਜਲਾਲ ਹੀ ਕੁਝ ਹੋਰ ਹੁੰਦਾ ਹੈ। ਕਿਉਂਕਿ ਮਨੁੱਖ ਦੀ ਖੁਸ਼ੀ ਦਾ ਲੈਣਾ ਦੇਣਾ ਬਾਹਰੀ ਪਦਾਰਥ, ਜਦੋਂ ਤੇ ਮਿਲਦਾ ਹੈ ਕੁਝ, ਉਦੋਂ ਮਨੁੱਖ ਦਾ ਚਿਹਰਾ ਬੜਾ ਖੁਸ਼ ਹੁੰਦਾ। ਜਦੋਂ ਕੁਝ ਜਾਂਦਾ ਕੋਲੋਂ, ਉਦੋਂ ਉਦਾਸ ਵੀ ਬੜਾ ਹੁੰਦਾ। ਕਿਉਂਕਿ ਮਨੁੱਖ ਦਾ ਲੈਣਾ ਦੇਣਾ ਪਦਾਰਥਾਂ ਨਾਲ ਹੈ। ਜੇ ਤੇ ਕੋਈ ਪਦਾਰਥ ਜੇਬ 'ਚ ਮਿਲ ਗਿਆ, ਜੇ ਉਹਨੂੰ ਕਿਤੋਂ ਰਾਹ ਤੋਂ ਚੱਲਦੇ ਨੂੰ 2000 ਮਿਲ ਗਏ ਨੇ ਤੇ ਖੁਸ਼ ਹੈ, ਜੇ ਜਾਂਦਿਆਂ 2000 ਡਿੱਗ ਗਏ ਨੇ ਤੇ ਡਾਊਨ ਹੈ। ਮਨੁੱਖ ਦੀ ਖੁਸ਼ੀ ਜੁੜੀ ਹੋਈ ਹੈ ਬਾਹਰ ਦੀਆਂ ਪਦਾਰਥਾਂ ਨਾਲ, ਇਹ ਨਹੀਂ ਉਹਦੇ ਅੰਦਰੋਂ ਖੁਸ਼ੀ ਨਹੀਂ ਹੈ। ਇਸ ਕਰਕੇ ਹੁੰਦਾ ਕੀ ਹੈ, ਜਦੋਂ ਤੇ ਪਦਾਰਥ ਬਣਿਆ ਰਹਿੰਦਾ ਹੈ, ਖੁਸ਼ ਰਹਿੰਦਾ ਹੈ। ਇਹ ਜਿੰਨੇ ਵੀ ਮਹਾਰਾਜ, ਆਪਾਂ ਇੱਕ ਆਲਮ ਨੇ ਬੜਾ ਸੋਹਣਾ ਲਿਖਿਆ ਹੈ ਕਿ ਜਿੰਨਿਆਂ ਨੂੰ ਤੁਸੀਂ ਹੱਸਦੇ ਹੋਏ ਵੇਖਦੇ ਹੋ, ਅੰਤ ਦੇ ਵਿੱਚ ਉਹ ਪਰੇਸ਼ਾਨ ਰਹਿੰਦੇ ਨੇ। ਜਿੰਨਾ ਵੀ ਮਨੁੱਖ ਹੱਸਦਾ ਹੈ, ਇਹ ਹਾਸਾ ਉਹਦਾ ਬਾਹਰੀ ਹੈ, ਸਦਾ ਨਹੀਂ ਹੈ। ਕਿ ਤਾਂ ਰਾਤ ਨੂੰ ਹਾਸਾ ਹੋਏ, ਸਵੇਰੇ ਰੋਣ ਲੱਗ ਜਾਏ, ਐਸਾ ਹੀ ਹੈ। ਪਰ ਜੇ ਕਿਤੇ ਮਨੁੱਖ ਰੱਬ ਦਾ ਨਾਂ ਜਪੇ, ਜੇ ਹੱਸ ਰਿਹਾ, ਮਹਾਰਾਜ ਬਾਣੀ 'ਚ ਕਹਿੰਦੇ ਨੇ ਉਹਦੇ ਹਮੇਸ਼ਾ ਹੀ ਹਾਸਾ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਹਮੇਸ਼ਾ ਹੀ ਆਨੰਦ। ਹੁਣ ਉਹਨੇ ਹੀਰਾ ਤੇ ਲੈ ਲਿਆ, ਖੁਸ਼ ਬੜਾ ਹੈ। ਅੱਗੇ 5-4 ਠੱਗ ਉਹਨੂੰ ਟੱਕਰ ਗਏ, ਲਟੇਰੇ। ਉਹਨਾਂ ਹਿਸਾਬ ਲਾ ਲਿਆ ਵੀ ਇਹ ਜਿਹੜਾ ਹੱਸ ਰਿਹਾ ਇਹਦੇ ਕੋਲ ਕੁਝ ਹੈ। ਉਹ ਕਹਿੰਦੇ ਨੇ ਕਿੱਧਰ ਚੱਲੇ ਆ? ਕਹਿੰਦੇ ਮੈਂ ਉੱਤਰ ਦੀ ਦਿਸ਼ਾ ਵੱਲ ਚੱਲਿਆ। ਉਹਨੇ ਅਸੀਂ ਵੀ ਉੱਧਰ ਜਾਣਾ, ਅਸੀਂ ਤੇ ਇਕੱਠੇ ਹੀ ਹਮਸਫਰ ਹੋ ਗਏ, ਚਲੋ ਚੱਲੀਏ। ਚੱਲ ਪਏ। ਰਾਹ ਦੇ ਵਿੱਚ ਰੁਕਦੇ ਰਕਾਉਂਦੇ, ਨਾਲ ਉਹਨਾਂ ਖਹਿੜਾ ਨਹੀਂ ਛੱਡਿਆ, ਉਹਨੂੰ ਪਤਾ ਇਹਦੇ ਕੋਲ ਕੁਝ ਹੈ। ਹੁਣ ਉਹਨਾਂ ਇੱਕ ਹੋਰ ਹੀ ਹਿਸਾਬ ਲਗਾ ਲਿਆ, ਕਿਉਂਕਿ ਜਿਹੜਾ ਚੋਰ ਹੁੰਦਾ ਹੈ ਨਾ, ਮਨੁੱਖ ਦੀ ਐਕਟੀਵਿਟੀ ਤੋਂ ਹਿਸਾਬ ਲਾਉਂਦਾ ਹੈ ਵੀ ਇਹਦਾ ਪੈਸਾ ਕਿੱਥੇ। ਕਿਉਂਕਿ ਜਿੱਥੇ ਮਨੁੱਖ ਦਾ ਪੈਸਾ ਹੁੰਦਾ ਹੈ, ਉਸੇ ਜੇਬ ਨੂੰ ਹੱਥ ਬਾਰ-ਬਾਰ ਹਿਲਾਈ ਜਾਂਦਾ ਹੈ। ਹੁਣ ਜਿਹੜੇ ਪਰਸ 'ਚ ਕਿਸੇ ਦਾ ਪੈਸਾ, ਉਹਨੂੰ ਫੜੀ ਰੱਖੇਗਾ ਦੁਬਾਰਾ, ਉਸੇ ਜੇਬ ਨੂੰ, ਉਹ ਉੱਥੋਂ ਹਿਸਾਬ ਲਾ ਲੈਂਦੇ ਨੇ ਵੀ ਇਹਦੇ ਵਿੱਚ ਹੀ ਹੈ ਸਾਰਾ ਕੁਝ। ਹੁਣ ਦੁਬਾਰਾ ਗੋਦੜੀ ਨੂੰ ਨਾ ਛੱਡੇ, ਸਾਰਾ ਕੁਝ ਤੇ ਕਰੀ ਜਾਏ, ਉਹਨੂੰ ਹੱਥ 'ਚ ਫੜ ਕੇ ਰੱਖ। ਉਹਨਾਂ ਹਿਸਾਬ ਲਗਾ ਲਿਆ ਵੀ ਜੋ ਕੁਝ ਹੈ ਇਹਦੇ ਵਿੱਚ ਹੀ ਹੈ। ਉਹ ਇਕੱਠੇ ਹੋ ਕੇ ਕਹਿੰਦੇ ਨੇ ਚਲੋ ਸੌਦਾ ਲੈ ਆਈਏ ਦੁਕਾਨ ਤੋਂ। ਉਹਨੂੰ ਭੇਜ ਦਿੱਤਾ ਭਗਤ ਨੂੰ, ਕਹਿੰਦਾ ਜਾ ਤੂੰ ਸਮਾਨ ਲੈ ਆ,
ਗਿਆ ਸਮਾਨ ਲੈਣ, ਆਏ ਨੇ, ਆ ਕੇ ਵੇਖਦੇ, ਕਹਿੰਦੇ ਸਾਰਾ ਸਮਾਨ ਠੀਕ ਹੈ, ਜਿੰਨੇ ਦਾ ਤੂੰ ਸਮਾਨ ਲਿਆਂਦਾ ਹੈ, ਜਿੰਨਾ ਸਮਾਨ ਹੈ, ਇੱਕ ਕੌਡੀ ਤੇਰੀ ਬਚਦੀ ਹੈ ਜਿਹਦੇ ਕੋਲ ਤੂੰ ਸਮਾਨ ਲਿਆਇਆ, ਜਿਹੜੇ ਦੁਕਾਨਦਾਰ ਕੋਲ ਲਿਆਇਆ। ਕਹਿੰਦੇ ਨਹੀਂ, ਮੈਂ ਸਾਰਾ ਸੋਚ ਕੇ ਕਹਿੰਦੇ ਨਹੀਂ, ਉਹਨਾਂ ਹਿਸਾਬ ਮਿਲਾਇਆ, ਇੱਕ ਕੌਡੀ ਤੇਰੀ ਰਹਿੰਦੀ ਹੈ। ਕਹਿੰਦੇ ਅੱਛਾ, ਮੈਨੂੰ ਲੁੱਟ ਲਿਆ ਦੁਕਾਨਦਾਰ ਨੇ, ਇੱਕ ਕੌਡੀ ਰਹਿੰਦੀ ਹੈ। ਕਹਿੰਦੇ ਮੈਂ ਹੁਣੀ ਜਾਣਾ, ਹਿਸਾਬ ਕਰਾ ਕੇ ਲਿਆਵਾਂਗਾ। ਕਹਿੰਦੇ ਛੇਤੀ ਜਾ, ਕਦੀ ਮੁੱਕਰ ਜੇ, ਪਰ ਐਵੇਂ ਕਰ, ਗੋਦੜੀ ਇੱਥੇ ਰੱਖ ਜਾ, ਤੇ ਤੂੰ ਭੱਜਣਾ ਹੈ ਤੇ ਇਹ ਤੇਰੇ ਰਾਹ ਚੜੇਗੀ ਤੇ ਇੰਨੇ ਚੋਂ ਨੇ ਮੁੱਕਰ ਜਾਣਾ, ਇਹਨੂੰ ਰੱਖ ਦੇ ਇੱਥੇ। ਹੁਣ ਉਹ ਉਹਨੂੰ ਉੱਥੇ ਰੱਖ ਕੇ ਤੇ ਉਹ ਕੌਡੀ ਪਿੱਛੇ ਭੱਜ ਪਿਆ, ਜਾ ਕੇ ਦੁਕਾਨ 'ਚ ਗਿਆ, ਉਹਨੇ ਹਿਸਾਬ ਮਿਲਾਇਆ, ਕਹਿੰਦੇ ਹਿਸਾਬ ਤੇ ਪੂਰਾ ਹੈ। ਉਹ ਜਾ ਕੇ ਵੇਖਦਾ, ਹੁਣ ਵਾਪਸ ਆਇਆ, ਉੱਥੇ ਨਾ ਗੋਦੜੀ ਵੀ ਨਹੀਂ ਹੈ। ਐਵੇਂ ਮਨੁੱਖ ਨਾਲ ਬਣਦਾ ਹੈ। ਇਹਨੂੰ ਬਾਣੀ ਕਹਿੰਦੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇਗੀ। ਇੱਥੇ ਜਿਹੜੀ ਕੌਡੀਆਂ ਨੂੰ ਇਕੱਠੀਆਂ ਕਰਦਾ ਰਹਿੰਦਾ ਹੈ, ਦੁਨੀਆ ਦੇ ਪਦਾਰਥ ਇਕੱਠੇ ਕਰਦਾ ਰਹਿੰਦਾ ਹੈ, ਅੰਤ ਸਮਾਂ ਆਉਂਦਾ, ਪਦਾਰਥ ਵੀ ਇੱਥੇ ਰਹਿ ਜਾਂਦੇ, ਆਪ ਵੀ ਖਾਲੀ ਚਲਾ ਜਾਂਦਾ ਹੈ। ਸਵਾਸ ਵੀ ਖਾਲੀ ਮੁਕਾ ਲਏ, ਜੋ ਕੁਝ ਕਮਾਇਆ ਉਹ ਤੇ ਰਹਿ ਗਿਆ ਇੱਥੇ। ਮਹਾਰਾਜ ਕਹਿੰਦੇ ਗੁਣਾ ਗਵਾਈ ਗੰਠੜੀ, ਜਿਹੜੀ ਗੋਦੜੀ ਦੇ ਵਿੱਚ ਹੀਰਾ ਸੀ, ਜਿਹੜੇ ਸਵਾਸਾਂ ਦੇ ਨਾਲ ਕੁਝ ਕਰਨਾ ਸੀ, ਉਹ ਤੇ ਰਹਿ ਗਏ ਇੱਥੇ। ਹੁਣ ਅਵਗਣ ਚੱਲੀ ਬੰਨ, ਖਾਲੀ ਚੱਲਿਆ। ਐਵੇਂ ਜੀਵ ਹੈ ਸਾਧ ਸੰਗਤ, ਇਹਦੇ ਕੋਲ ਹੀਰਾ ਹੈ, ਇਹ ਮਨੁੱਖਾ ਜਨਮ ਹੈ ਜਿਹੜਾ ਹੀਰਾ ਹੈ। ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਕ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਸਮਾਂ ਹੈ ਗੋਬਿੰਦ ਨੂੰ ਮਿਲਣ ਦਾ, ਪਰ ਅਸਲ ਦੇ ਵਿੱਚ ਵਾਪਰ ਕੀ ਰਿਹਾ? ਮਨੁੱਖ ਇਹ ਹੀਰੇ ਵਰਗੇ ਜਨਮ ਨੂੰ ਲੈ ਕੇ ਇਹਦੇ ਤੋਂ ਕੌਡੀਆਂ ਦੇ ਪਿੱਛੇ ਲੱਗ ਗਿਆ। ਕਈ ਵਾਰੀ ਬੇਨਤੀ ਕਰਦੇ ਹਾਂ ਸਾਧ ਸੰਗਤ, ਕਿਸੇ ਨੇ ਕੋਈ 30-40 ਲੱਖ ਦੀ ਗੱਡੀ ਲੈ ਕੇ ਆਂਦੀ ਹੋਏ ਤੇ ਉਹਨੂੰ ਵਢਾ ਕੇ ਕਹੇ ਵੀ ਇਹਦੇ ਵਿੱਚ ਪਸ਼ੂਆਂ ਵਾਸਤੇ ਚਾਰਾ ਢੋਣਾ ਕਰਨਾ ਹੈ। ਲੋਕੀ ਕਹਿਣਗੇ ਪਸ਼ੂਆਂ ਵਾਸਤੇ ਚਾਰਾ ਢੋਣਾ, ਕੋਈ 1-2 ਲੱਖ ਦੀ ਗੱਡੀ ਲੈ ਲਾ, ਇਹ 30-35 ਲੱਖ ਵਾਲੀ ਨੂੰ ਕਿਉਂ ਨੁਕਸਾਨ ਪਹੁੰਚਾ ਰਿਹਾ? ਕਹਿੰਦੇ ਨਹੀਂ, ਐਵੇਂ ਇਹ ਜਿਹੜਾ ਸਰੀਰ ਹੈ ਇਹ ਬੜੀ ਮਹਿੰਗੀ ਗੱਡੀ ਹੈ, ਇਹਦੇ ਵਿੱਚ ਮਨੁੱਖ ਚਾਰਾ ਢੋ ਰਿਹਾ, ਕਿਸੇ ਦੀ ਨਿੰਦਾ ਦਾ, ਕਿਸੇ ਦੀ ਚੁਗਲੀ ਦਾ, ਕਿਸੇ ਦੀ ਈਰਖਾ ਦਾ, ਕਿਸੇ ਦੇ ਦਵੈਸ਼ ਦਾ। ਇੱਕ ਮਿੰਟ ਵੀ ਐਸਾ ਨਹੀਂ ਹੈ ਮਨੁੱਖ ਦੇ ਦਿਮਾਗ ਚੋਂ ਖਿਚਾਵ ਦੂਰ ਹੁੰਦਾ ਹੋਵੇ, ਐਸਾ ਨਹੀਂ ਹੈ। ਇਹ ਸੁੱਤਾ ਪਿਆ ਵੀ ਖਿਚਾਵ 'ਚ ਹੈ, ਚੱਲਦਾ ਵੀ ਖਿਚਾਵ 'ਚ ਹੈ। ਪਰ ਅੱਜ ਕੱਲ੍ਹ ਤੇ ਐਸਾ ਆ ਗਿਆ ਸਮਾਂ, ਸੜਕ ਤੇ ਜਾ ਰਿਹਾ, ਅੱਧੀ ਸੜਕ ਵਿੱਚ ਤੁਰਿਆ ਜਾ ਰਿਹਾ, ਕਿਉਂਕਿ ਮੋਟਰਸਾਈਕਲ ਕਿਤੇ ਚੱਲ ਰਹੀ ਹੈ, ਦਿਮਾਗ ਕਿਤੇ ਚੱਲ ਰਿਹਾ, ਪਤਾ ਹੀ ਨਹੀਂ ਹੈ। ਇੱਡਾ ਦਿਮਾਗ ਇੱਡਾ ਡਿਪਰੈਸ਼ਨ 'ਚ ਚਲਾ ਗਿਆ। ਅਸੀਂ ਕਈ ਗੁਰਦੁਆਰਾ ਸਾਹਿਬ ਵੇਖਦੇ ਹਾਂ, ਸਕੂਟਰ ਕਿਸੇ ਦੀ ਹੈ, ਚਾਬੀ ਕੋਈ ਲਾ ਕੇ ਲੈ ਜਾਂਦਾ, ਫਿਰ ਉਹ ਭੁੱਲ ਗਏ। ਜੋੜੇ ਕਿਸੇ ਦੇ ਨੇ ਪਾ ਕੋਈ ਜਾਂਦਾ, ਘਰ ਜਾ ਕੇ ਪਤਾ ਲੱਗਦਾ ਜੋੜੇ ਕਿਸੇ ਹੋਰ ਦੇ ਪਾਏ। ਕਿਉਂ? ਦਿਮਾਗ ਕਿਤੇ ਹੋਰ ਚੱਲ ਰਿਹਾ, ਮਨੁੱਖ ਕਿਤੇ ਹੋਰ ਚੱਲ ਰਿਹਾ। ਸੁੱਤਿਆਂ ਵੀ ਚਿੰਤਾ ਵਿੱਚ ਹੈ। ਮਹਾਰਾਜ ਕਹਿੰਦੇ ਸਰਫ ਹੈ ਸਦਾ ਸਦਾ, ਸੁੱਤਿਆਂ ਗਈ ਵਿਹਾਈ, ਸੁੱਤਿਆਂ ਲੰਘ ਜਾਂਦੀ ਹੈ ਜ਼ਿੰਦਗੀ। ਇਹ ਮਨੁੱਖਾ ਜਨਮ ਹੈ, ਇਹ ਹੀਰੇ ਵਰਗਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ ਮਨੁੱਖ ਆਪਣੀ ਜਨਮ ਨੂੰ ਗਵਾ ਦਿੰਦਾ ਹੈ। ਵਡਿਆਈ ਗੁਰ ਕੀ ਤਪ ਬਿੰਦਤ ਹੈ, ਮੈਂ ਬਣ ਜਾਵਾਂ ਅਪਰ ਸਮਾਨ। ਉਹ ਕਹਿੰਦਾ ਇਹ ਤੇ ਗੁਰੂ ਦੀ ਵਡਿਆਈ ਹੈ। ਮੇਰੇ ਕੋਲ ਰਮਾਲ ਸੀ, ਰਮਾਲ ਜੇ ਉਹਨਾਂ ਰੱਖ ਲਿਆ, ਵਡਿਆਈ ਤੇ ਗੁਰੂ ਦੀ ਰਹਿ ਜਾਣੀ ਹੈ, ਮੈਂ ਫਿਰ ਖਾਲੀ। ਮੇਰੇ ਪੱਲੇ ਤੇ ਕੁਝ ਰਹਿਣਾ ਹੀ ਨਹੀਂ, ਮੈਂ ਤੇ ਦੂਜਿਆਂ ਦੇ ਸਮਾਨ ਹੀ ਬਣ ਜਾਵਾਂਗਾ। ਇਹਾਂ ਰਹਿ ਹੀ ਬਨੇ ਵਾਰਤਾ, ਪੂਜੈ ਲੋਕ ਬਿਲੋਕ ਮਹਾਨ। ਹੁਣ ਗੁਰੂ ਤੋਂ ਬੇਮੁਖ ਹੋ ਗਿਆ, ਕਹਿੰਦਾ ਇਸ ਕਰਕੇ ਠੀਕ ਇਹੀ ਹੈ, ਇੱਥੇ ਹੀ ਰਹੀਏ, ਇੱਥੇ ਰਹਿੰਦੇ ਆ, ਲੋਕੀ ਪੂਜਦੇ ਨੇ, ਸਾਰੀ ਐਸ਼ੋ ਔਰਤ ਬੜੀ ਵਧੀਆ ਬਣੀ ਹੈ, ਸਮਾਨ ਬਹੁਤ ਚੜ੍ਹਦਾ ਹੈ, ਖਾਣ ਪੀਣ ਨੂੰ ਬੜਾ ਹੈ, ਪੂਜਾ ਪ੍ਰਤਿਸ਼ਠਾ ਬੜੀ ਹੈ, ਇਸ ਕਰਕੇ ਇੱਥੇ ਹੀ ਰਹਿਣਾ ਠੀਕ ਹੈ। ਸੇਵ ਹੈ ਸਰਬ ਨਰੇ ਪਤ ਤੇ ਆਦਿਕ, ਅਰਪੈ ਹੈ ਅਨਿਕੂ ਪਾਇਨ ਆਨ। ਇਸ ਕਰਕੇ ਬੜੇ ਲੋਕ ਆ ਕੇ ਪੂਜਦੇ ਨੇ, ਕਿਉਂਕਿ ਸਾਧ ਸੰਗਤ ਕਿਸੇ ਮਨੁੱਖ ਨੂੰ ਜਦੋਂ ਉਹਦੇ ਕੋਲ ਕੁਛ ਵੀ ਨਾ ਹੋਏ ਤੇ ਉਹਨੂੰ ਕੋਈ ਬੜੀ ਵੱਡੀ ਚੀਜ਼ ਮਿਲ ਜਾਏ, ਉਹਦਾ ਛੱਡਣ ਨੂੰ ਦਿਲ ਨਹੀਂ ਕਰਦਾ। ਹੁਣ ਜੋ ਮਨੁੱਖ ਨੂੰ ਰੁਪਈਆ ਪੈਸਾ ਮਿਲਦਾ ਰਹਿੰਦਾ ਹੈ, ਇਹਦਾ ਨਾਲੋਂ ਨਾਲ ਗੁਰੂ ਦੇ ਨਾਲ ਸੰਪਰਕ ਟੁੱਟਦਾ ਰਹਿੰਦਾ, ਰੱਬ ਦੇ ਨਾਲ ਇਹਦਾ ਸੰਪਰਕ ਟੁੱਟਦਾ ਰਹਿੰਦਾ ਹੈ। ਕਦੋਂ? ਜੇ ਮਨੁੱਖ ਨੂੰ ਧਿਆਏ ਹੋਏ ਨੂੰ ਮਿਲੇ, ਰੱਜੇ ਹੋਏ ਨੂੰ ਮਿਲੇ, ਉਹ ਤੇ ਗੱਲ ਵੱਖਰੀ ਹੈ।
ਰਾਜੇ ਨਹੀਂ, ਜਿਹੜੇ ਰੱਜ ਗਏ ਨੇ ਪਹਿਲਾਂ, ਜਿਨ੍ਹਾਂ ਨੇ ਵੇਖੀਆਂ ਨੇ ਇਹ ਚੀਜ਼ਾਂ, ਉਹ ਨਹੀਂ ਇਸ ਚੀਜ਼ ਦੀ ਪਰਵਾਹ ਕਰਦੇ। ਉਹਨਾਂ ਦੇ ਕੋਲ ਤੇ ਭਾਵੇਂ ਕੋਈ ਚਲਾ ਜਾਏ ਤੇ ਭਾਵੇਂ ਆ ਜਾਏ। ਪਰ ਮਹਾਰਾਜ ਬਾਣੀ 'ਚ ਕਹਿੰਦੇ ਨੇ ਜਿਉਂ-ਜਿਉਂ ਪਦਾਰਥ ਵੱਧਦੇ ਨੇ, ਮਨੁੱਖ ਦੀ ਰੁਚੀ ਪਰਮਾਤਮਾ ਦੇ ਨਾਲ ਉਦਣ ਹੀ ਘਟਣੀ ਸ਼ੁਰੂ ਹੋ ਜਾਂਦੀ ਹੈ। ਪਦਾਰਥ ਵੱਧਦੇ ਨੇ, ਘਰ ਦੇ ਵਿੱਚ ਸੁੱਖ ਵੱਧਦਾ ਹੈ, ਨਾਲੋਂ ਨਾਲ ਰੱਬ ਤੋਂ ਦੂਰੀ ਇਹਦੀ ਬਣ ਜਾਂਦੀ ਹੈ। ਐਵੇਂ ਇਹਨਾਂ ਦੀ ਵੀ ਦੂਰੀ ਹੋਈ। ਸਾਵਣ ਮਲ ਜੀ ਲੋਕੀ ਬੜੇ ਪੂਜਦੇ ਨੇ, ਬੜੀਆਂ ਆ ਕੇ ਭੇਟਾਵਾਂ ਧਰਦੇ ਨੇ, ਸੋਚਦੇ ਨੇ ਹੁਣ ਗੁਰੂ ਕੋਲ ਜਾ ਕੇ ਕੀ ਕਰਨਾ, ਮਿਲ ਤੇ ਸਾਰਾ ਕੁਝ ਗਿਆ ਹੀ ਹੈ। ਜੇ ਗੁਰੂ ਕੋਲ ਚਲਾ ਗਿਆ, ਗੁਰੂ ਨੇ ਸਾਰਾ ਕੁਝ ਖੋਹ ਲੈਣਾ ਹੈ। ਗੋਇੰਦਵਾਲ ਗਏ ਕਿਆ ਪ੍ਰਾਪਤ, ਬਣਿਓ ਰਹੋ ਗੁਰ ਇਸ ਹੀ ਥਾਨ। ਮੈਨੂੰ ਹੁਣ ਗੋਇੰਦਵਾਲ ਜਾ ਕੇ ਕੀ ਮਿਲੇਗਾ, ਮੈਂ ਤੇ ਹੁਣ ਇੱਥੇ ਹੀ ਗੁਰੂ ਬਣ ਕੇ ਰਹਾਂਗਾ, ਇੱਥੇ ਹੀ ਲੋਕਾਂ ਤੋਂ ਆਪਣੀ ਪੂਜਾ ਕਰਾਵਾਂਗਾ। ਚਾਹੋ ਸੋ ਅਜਮਤ ਤੇ ਸਭ ਪਾਵੋ, ਕੀਰਤ ਬਿਕਤੈ ਬਹੁਤ ਜਹਾਨ। ਮੇਰੇ ਕੋਲ ਹੁਣ ਕਰਾਮਾਤਾਂ ਆ ਗਈਆਂ ਨੇ, ਭਾਵੇਂ ਦਿੱਤੀਆਂ ਗੁਰੂ ਨੇ ਆ ਗਈਆਂ ਨੇ, ਮੈਂ ਤੇ ਹੁਣ ਇੱਥੇ ਹੀ ਆਪਣੀ ਪੂਜਾ ਕਰਾਵਾਂਗਾ, ਚਾਰੇ ਬੰਨੇ ਮੇਰੇ ਯਸ਼ ਫੈਲ ਜਾਏਗਾ। ਇਮ ਦ੍ਰਿੜ ਹੈ ਚਿਤ ਮੈਂ ਕਰ ਤਹਿ ਠਹਿਰਿਓ, ਨਹਿ ਜਾਵੋ ਅਬ ਗੋਇੰਦਵਾਲ। ਐਵੇਂ ਸੋਚ ਕੇ ਮਨ ਵਿੱਚ ਦ੍ਰਿੜ ਨਿਸ਼ਚਾ ਕਰ ਲਿਆ, ਮੈਂ ਹੁਣ ਗੋਇੰਦਵਾਲ ਸਾਹਿਬ ਨਹੀਂ ਜਾਵਾਂਗਾ, ਇੱਥੇ ਹੀ ਪੱਕਾ ਨਿਵਾਸ ਬਣਾਵਾਂਗਾ। ਕੇਤਕ ਮਾਸ ਬਸਤੇ ਤਹਿ ਬੀਤੇ, ਅੰਤਰਯਾਮੀ ਗੁਰੂ ਵਿਸਾਲ। ਕਈ ਮਹੀਨੇ ਬੀਤ ਗਏ, ਮਹਾਰਾਜ ਅੰਤਰਜਾਮੀ ਨੇ ਘਟ ਘਟ ਕੇ ਅੰਤਰ ਕੀ ਜਾ। ਮਹਾਰਾਜ ਨੇ ਸਮਝ ਲਿਆ ਵੀ ਇਹ ਆ ਕਿਉਂ ਨਹੀਂ ਰਿਹਾ। ਗੁਰੂ ਜੀ ਅੰਦਰ ਦੀ ਗੱਲ ਜਾਣਦੇ ਨੇ। ਮਹਾਰਾਜ ਜੀ ਨੇ ਅੰਤਰਯਾਮਤਾ ਦੇ ਨਾਲ ਇਹ ਚੀਜ਼ ਸਮਝ ਲਈ ਹੈ। ਜਾਣਿਓ ਚਿਤ ਵਿਕਾਰ ਜੁਤ ਤਿਸ ਕੋ, ਪਠਿਓ ਹੁਕਮਨਾਮਾ ਤਿਸ ਕਾਲ। ਮਹਾਰਾਜ ਜੀ ਜਾਣ ਗਏ ਵੀ ਇਹਦਾ ਚਿੱਤ ਵਿਕਾਰੀ ਹੋ ਗਿਆ, ਕਿਉਂਕਿ ਜਦੋਂ ਫਰੀਦ ਦੀਆਂ ਮਨੁੱਖ ਦੇ ਕੋਲ ਵਸਤੂਆਂ ਆਉਣੀਆਂ ਸ਼ੁਰੂ ਹੋ ਜਾਣ, ਮਨੁੱਖ ਵਿਕਾਰੀ ਹੁੰਦਾ। ਤਾਂ ਹੀ ਤਾਂ ਕਿਹਾ ਜਾਂਦਾ ਹੈ ਵੀ ਕਿਸੇ ਦਾ ਹਿੱਸਾ ਨਾ ਖਾਓ। ਇਹਦਾ ਕਾਰਨ ਕੀ ਹੈ? ਉਹ ਫਰੀਦ ਹੈ, ਤੇ ਜਿਹੜੀ ਚੀਜ਼ ਫਰੀਦ ਹੀ ਆਏਗੀ ਉਹ ਮਨੁੱਖ ਦੇ ਕੋਲੋਂ ਸਾਰਾ ਕੁਝ ਹੀ ਹੁੰਜਾ ਮਾਰ ਕੇ ਲੈ ਜਾਂਦੀ ਹੈ, ਸਭ ਕੁਝ ਸਾਫ਼ ਕਰ ਦਿੰਦੀ ਹੈ। ਪਹਿਲੀ ਗੱਲ ਤੇ ਉਹ ਜਿਹੜੀ ਸੱਟ ਮਾਰਦੀ ਹੈ ਮਨੁੱਖ ਦੇ ਉੱਤੇ, ਸਭ ਤੋਂ ਵੱਡੀ ਸੱਟ ਮਾਰਦੀ ਹੈ, ਮਨੁੱਖ ਤੋਂ ਰੱਬ ਦਾ ਨਾਂ ਖੁੰਦੀ ਹੈ ਫਰੀਦ ਦੀ ਚੀਜ਼। ਜਿਉਂ-ਜਿਉਂ ਫਰੀ ਦੀਆਂ ਵਸਤੂਆਂ ਆਉਂਦੀਆਂ ਨੇ, ਐਂ ਕਿਹਾ ਜਾਂਦਾ ਵੀ ਜਿੰਨੀ ਤੇਰੀ ਤਨਖਾਹ ਹੈ ਉਹਨੇ 'ਚ ਕੰਮ ਕਰ, ਜਿਹੜਾ ਤੂੰ ਉੱਤੋਂ ਕਮਾ ਰਿਹਾ ਹੈ ਉਹ ਉੱਤੋਂ ਕਮਾਉਣ ਵਾਲਾ ਤੇ ਫਿਰ ਤੇਰੇ ਘਰ ਦੇ ਵਿੱਚ ਕੁਛ ਨਾ ਕੋਈ ਨਾਲ ਹੋਰ ਵੀ ਲੈ ਕੇ ਆਏਗਾ। ਕੱਲਾ ਇਹ ਨਹੀਂ ਹੈ, ਉਹਦੇ ਵਿੱਚ ਜਿਹੜਾ ਫਰੂਟ ਉੱਤੋਂ ਵਾਲੇ ਪੈਸਿਆਂ ਦਾ ਆ ਰਿਹਾ, ਨਾਲ ਬਿਮਾਰੀਆਂ ਵੀ ਲੈ ਕੇ ਆਏਗਾ। ਕਿਉਂ? ਫਰੀਦ ਹੈ। ਜਿਹੜੀ ਚੀਜ਼ ਫਰੀ ਦੀ ਬਿਨਾਂ ਪਰਿਸ਼ਰਮ ਦੀ ਮਨੁੱਖ ਖਾਂਦਾ ਹੈ, ਇਹਦੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਨਾਲੋਂ ਨਾਲ। ਕਿਉਂ? ਜਿੰਨਾ ਖਾਏਗਾ, ਖਾ ਖਾ ਕੇ ਆਪਣੇ ਸਰੀਰ ਦਾ ਵੀ ਧਿਆਨ ਨਹੀਂ, ਸੁੱਤਾ ਰਹੇਗਾ, ਆਲਸੀ ਹੋ ਜਾਏਗਾ, ਉਦਮੀ ਨਹੀਂ ਰਹੇਗਾ, ਹਮੇਸ਼ਾ ਐਸਾ ਹੀ ਬਿਰਤੀ। ਔਰ ਆਪ ਜੀ ਵੇਖ ਲੈਣਾ, ਜਿਹੜੇ ਮਨੁੱਖ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਕਹਿੰਦੇ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀ। ਜੇ ਕਿਤੇ ਖੂਨ ਦਾ ਛਿੱਟਾ ਕੱਪੜੇ ਤੇ ਲੱਗ ਜਾਏ ਨਾ ਤੇ ਸਾਰਾ ਕੱਪੜਾ ਖਰਾਬ ਹੋ ਜਾਂਦਾ ਹੈ। ਤੇ ਜਿਹੜੇ ਮਨੁੱਖਾਂ ਦਾ ਹੀ ਖੂਨ ਪੀ ਰਹੇ ਨੇ, ਉਹਨਾਂ ਦਾ ਹੀ ਹਿੱਸਾ ਖਾ ਰਹੇ ਨੇ, ਉਹਦੇ ਨਾਲ ਨਿਰਮਲ ਚਿੱਤ ਕਿਵੇਂ ਹੋਏਗਾ? ਉਹਨਾਂ ਦੀ ਦ੍ਰਿਸ਼ਟੀ ਵਿਕਾਰੀ, ਸੁਣਨਾ ਵਿਕਾਰੀ, ਬੋਲਣਾ ਹੰਕਾਰੀ। ਐਸੇ ਮਨੁੱਖਾਂ ਦਾ ਬੋਲਣਾ ਹੰਕਾਰੀ। ਪਰ ਅਸੀਂ ਕਈ ਵਾਰੀ ਜਾਂਦੇ ਹਾਂ, ਬਹੁਤੀ ਵਾਰੀ ਇਹ ਵੇਖਿਆ ਗਿਆ, ਸਾਰੇ ਤੇ ਇੱਕ ਜੈਸੇ ਨਹੀਂ ਹੁੰਦੇ, ਪਰ ਬਹੁਤੀ ਵਾਰੀ ਕਈ ਮਹਿਕਮਿਆਂ 'ਚ ਅਸੀਂ ਵੇਖਦੇ ਹਾਂ, ਗੌਰਮੈਂਟ ਮਹਿਕਮੇ ਜਿੱਥੇ ਮਨੁੱਖ ਖਾਂਦੇ ਨੇ, ਉਹਨਾਂ ਦੇ ਨਾਲ ਗੱਲ ਕਰਨ ਦਾ ਵੀ ਦਿਲ ਨਹੀਂ ਕਰਦਾ। ਕਿਉਂ? ਉਹਨਾਂ ਦਾ ਬੋਲਣਾ ਹੀ ਇੰਨਾ ਕੌੜਾ ਹੈ। ਤੂੰ ਖਾ ਖਾ ਕੇ ਫਰੀ ਦਾ ਕਿਸੇ ਦਾ ਦ੍ਰਿਸ਼ਟ ਵਿਕਾਰੀ ਹੋ ਗਈ ਹੈ, ਬੋਲਣਾ ਹੰਕਾਰੀ ਹੋ ਗਿਆ ਹੈ, ਸੁਣਨਾ ਵਿਕਾਰੀ ਹੋ ਗਿਆ ਹੈ। ਸੁਣਦੇ ਵੀ ਗਲਤ ਨੇ, ਬੋਲਦੇ ਵੀ ਗਲਤ ਨੇ, ਵੇਖਦੇ ਵੀ ਗਲਤ ਨੇ। ਇਸ ਕਰਕੇ ਫਰੀ ਦਾ ਮਿਲਿਆ, ਅਜਮਤਾਂ ਮਿਲੀਆਂ, ਉੱਥੇ ਰਹਿੰਦਿਆਂ ਲੋਕਾਂ ਦਾ ਚੜਾਵਾ ਆ ਰਿਹਾ ਸੀ, ਫਰੀ ਦਾ ਖਾ ਰਹੇ ਸੀ, ਨਾਮ ਸਿਮਰਨ ਹੈ ਨਹੀਂ ਸੀ, ਸਭ ਕੁਝ ਜਾਂਦਾ ਰਿਹਾ। ਮਨ ਐਸਾ ਗਿਆ, ਗੁਰੂ ਤੋਂ ਹੀ ਦੂਰ ਹੋ ਗਿਆ। ਜਿਹਨੇ ਸਭ ਕੁਝ ਦਿੱਤਾ ਉਹਨੂੰ ਕਹਿੰਦਾ ਉਹਦੇ ਕੋਲ ਨਹੀਂ ਜਾਣਾ। ਹੁਣ ਦੇਖੋ ਇਹ ਕਿੱਡੀ ਵੱਡੀ ਚੇਂਜਿੰਗ ਹੈ, ਕਿੱਡਾ ਵੱਡਾ ਬਦਲਾਅ ਹੈ। ਮਨੁੱਖ ਨੂੰ ਜਿਹੜੇ ਰੱਬ ਨੇ ਸਾਰਾ ਕੁਝ ਦਿੱਤਾ ਉਹਨੂੰ ਹੀ ਭੁੱਲ ਗਿਆ। ਏਡਾ ਵੱਡਾ ਪਰਮਾਤਮਾ ਜਿਹਨੇ ਅੱਖਾਂ ਦਿੱਤੀਆਂ, ਸਰੀਰ ਦਿੱਤਾ,
ਹੱਥ ਪੈਰ ਦਿੱਤੇ। ਅੱਜ ਉਹਨੂੰ ਕਿੰਨੇ ਕੁ ਮਨੁੱਖ ਨੇ ਜਿਹੜੇ ਯਾਦ ਕਰਦੇ ਨੇ। ਕਿਉਂ? ਜਿਵੇਂ ਹੀ ਦੁਨੀਆ ਵਿੱਚ ਆਇਆ ਉਹਨੇ ਵਸਤਾਂ ਦਿੱਤੀਆਂ, ਦੁੱਧ ਦਿੱਤਾ, ਦਿੱਤੇ ਖਿਡੌਣੇ, ਜੋ ਵੀ ਜਿਹੜੀ ਉਮਰ ਆਉਂਦੀ ਰਹੀ ਉਸ ਹਿਸਾਬ ਨਾਲ ਦਿੰਦਾ ਰਿਹਾ। ਪਰ ਮਨੁੱਖ ਨੂੰ ਅਸਲ ਦੇ ਵਿੱਚ ਕੀ ਹੁੰਦਾ ਹੈ? ਜਿੰਨੇ ਵੀ ਲੋਕ ਨੇ, ਦੇਣ ਵਾਲਾ ਤੇ ਰੱਬ ਹੈ, ਪਰ ਮਨੁੱਖ ਸਾਧਨਾ ਨਾਲ ਜੁੜ ਜਾਂਦੇ ਨੇ। ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਨੂੰ ਪਾਲਦਾ ਹੈ, ਹੁਣ ਬੱਚੇ ਵੀ ਰੱਬ ਦੀ ਦਾਤ ਨੇ ਤੇ ਜਿਵੇਂ ਪਾਲਦਾ ਉਹ ਵੀ ਰੱਬ ਦੀ ਦਾਤ ਹੈ। ਪਰ ਪਿਤਾ ਆਪਣੇ ਹੱਥ ਉਹਨੇ ਦਿੱਤੇ ਨੇ, ਇਹਨਾਂ ਨਾਲ ਕਰਦਾ ਹੈ ਤੇ ਅੱਗੋਂ ਕਹਿ ਉੱਠਦਾ, ਮੈਂ ਤੁਹਾਨੂੰ ਪਾਲਿਆ ਹੈ, ਮੈਂ ਤੁਹਾਨੂੰ ਘਰ ਬਣਾ ਕੇ, ਕਿਉਂ? ਆਪਣੀ ਮੈਂ ਨੂੰ ਅੰਦਰ ਲੈ ਆਇਆ। ਦੇਣ ਵਾਲਾ ਰੱਬ ਹੈ, ਇਹਨੇ ਇਹ ਨਹੀਂ ਸਮਝਿਆ ਮੈਂ ਤੇ ਸਾਧਨ ਹਾਂ, ਮੈਂ ਤੇ ਇਹ ਦੁਨੀਆ ਦਾ ਇੱਕ ਪਾਰਟ ਹਾਂ। ਏਡੀ ਵੱਡੀ ਦੁਨੀਆ ਹੈ। ਕਦੇ ਸੂਰਜ ਨੇ ਹੰਕਾਰ ਕੀਤਾ ਮੈਂ ਰੋਸ਼ਨੀ ਦੇਣਾ ਜਿਹਦੇ ਕਰਕੇ ਸਾਰਾ ਹੀ ਜੀਵਨ ਹੈ? ਨਹੀਂ ਹੈ। ਸੂਰਜ ਹੈ, ਚੰਦਰਮਾ ਹੈ, ਜਿਹਨੇ ਏਡੀ ਵੱਡੀ ਦੁਨੀਆ ਨੂੰ ਰੋਸ਼ਨੀ ਦੇ ਰਿਹਾ ਹੈ, ਉਹਨੇ ਕਦੀ ਇਹ ਨਹੀਂ ਕਿਹਾ ਮੈਂ ਅੱਜ ਚੜ੍ਹਨਾ ਹੀ ਨਹੀਂ। ਕਿਉਂ? ਮੈਂ ਤੇ ਸਾਰੇ ਮੇਰੇ ਕਰਕੇ ਤੇ ਦੁਨੀਆ ਨਹੀਂ, ਦੁਨੀਆ ਸੂਰਜ ਕਰਕੇ ਨਹੀਂ ਹੈ, ਦੁਨੀਆ ਪਰਮਾਤਮਾ ਕਰਕੇ ਹੈ। ਸਾਧ ਸੰਗਤ, ਔਰ ਆਪ ਜੀ ਨੇ ਸੁਣਿਆ ਹੋਏਗਾ ਬੀਬੀ ਰਜਨੀ, ਜਿਹਦੇ ਪਿਤਾ ਨੇ ਇਹ ਕਿਹਾ, 7 ਧੀਆਂ ਨੇ, 7 ਨੂੰ ਪੁੱਛਦਾ ਹੈ, ਕਹਿੰਦੇ ਬੇਟਾ ਤੁਹਾਨੂੰ ਕੌਣ ਪਾਲਦਾ ਹੈ? 6 ਕਹਿੰਦੀਆਂ ਨੇ ਪਿਤਾ ਜੀ ਤੁਸੀਂ ਪਾਲਦੇ ਹੋ, ਹੋਰ ਕੌਣ ਪਾਲਦਾ ਹੈ? ਰਜਨੀ ਕਹਿੰਦੀ ਨਹੀਂ ਪਿਤਾ ਜੀ, ਪਾਲਣ ਵਾਲਾ ਤੇ ਰੱਬ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਨਹੀਂ ਪਿਤਾ ਜੀ ਤੁਸੀਂ ਨਹੀਂ ਪਾਲਦੇ, ਰੱਬ ਪਾਲਦਾ। ਕਹਿੰਦੇ ਅੱਛਾ, ਰੋਟੀ ਮੈਂ ਖਵਾ ਰਿਹਾ, ਮੇਰੇ ਘਰ ਵਿੱਚ ਰਹਿ ਰਹੀ ਹੈ ਤੇ ਇਹ ਕਹਿੰਦੀ ਰੱਬ ਪਾਲਦਾ ਹੈ। ਚੱਲ ਮੈਂ ਤੇਰੇ ਹੁਣ ਰੱਬ ਨੂੰ ਵੇਖਾਂਗਾ, ਤੇਰਾ ਮੈਂ ਵਿਆਹ ਹੀ ਪਿੰਗਲੇ ਨਾਲ ਕਰ ਦਾਂਗਾ, ਫਿਰ ਵੇਖਾਂਗੇ ਤੈਨੂੰ ਕੌਣ ਪਾਲੇਗਾ। ਕਹਿੰਦੇ ਪਿਤਾ ਜੀ ਉਹ ਮੇਰੀ ਕਿਸਮਤ ਹੈ, ਦੇਣ ਵਾਲਾ ਫਿਰ ਵੀ ਰੱਬ ਹੈ, ਦੇਣਾ ਉਹਨੇ ਹੀ ਹੈ, ਫਿਰ ਵੀ ਵਿਆਹ ਦੇ ਪਿੰਗਲੇ ਨਾਲ ਕੋਈ ਗੱਲ ਨਹੀਂ, ਤੂੰ ਨਹੀਂ ਵਿਆਹ ਰਿਹਾ, ਮੇਰੇ ਕਰਮ ਐਸੇ ਨੇ, ਕੋਈ ਨਾ ਕੋਈ ਕਰਮ ਅੜਿਆ ਜਿਹੜਾ ਮੇਰਾ ਵਿਆਹ ਹੀ ਉਹਦੇ ਨਾਲ ਹੋ ਜਾਏਗਾ। ਕੋਈ ਗੱਲ ਨਹੀਂ, ਕਰ ਦਿੱਤਾ। ਹੁਣ ਰੱਬ ਨੇ ਦੁਨੀਆ ਵਿੱਚ ਤਰਸ ਵੀ ਪਾਇਆ। ਲੋਕੀ ਸੋਚਦੇ ਨੇ ਪਿੰਗਲੇ ਦੀ ਘਰ ਵਾਲੀ ਹੈ, ਚਲੋ ਇਹਨੂੰ ਰੋਟੀ ਵੀ ਦੇ ਦਿਓ। ਤਰਸ ਤੇ ਉਹਨੇ ਹੀ ਪਾਇਆ, ਆਖਰਕਾਰ ਤੇ ਸਾਰਿਆਂ ਦੇ ਵਿੱਚ ਉਹ ਬੈਠਾ। ਬਾਣੀ ਕਹਿੰਦੀ ਹੈ ਸਭ ਘਟ ਭੀਤਰ ਹਾਟ ਚਲਾਵੇ, ਉਹ ਸਾਰਿਆਂ ਦੇ ਵਿੱਚ ਬੈਠਾ ਹੱਟੀ ਚਲਾ ਰਿਹਾ। ਜਿਵੇਂ ਸਮੁੰਦਰ ਦੇ ਵਿੱਚ ਹਰੇਕ ਜੀਵ 'ਚ ਉਹ ਬੈਠਾ, ਕੋਈ ਦੂਜੇ ਨੂੰ ਖਾ ਲੈਂਦਾ, ਕੋਈ ਦੂਜੇ ਨੂੰ, ਐਵੇਂ ਪਰਮਾਤਮਾ ਸਾਰਿਆਂ 'ਚ ਬੈਠਾ ਹੈ, ਕਿਸੇ ਨਾ ਕਿਸੇ ਦੇ ਥਰੂ ਸਭ ਨੂੰ ਦੇ ਹੀ ਜਾਂਦਾ ਹੈ। ਉਹ ਦਿੰਦਾ ਉਹ ਆਪ ਹੀ ਬੈਠਾ, ਆਪ ਹੀ ਹੈ। ਹੁਣ ਰਜਨੀ ਆਪਣੇ ਪਿੰਗਲੇ ਨੂੰ ਲੈ ਕੇ ਜਾਂਦੀ ਹੈ, ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ 'ਤੇ ਪਹੁੰਚੀ, ਆਪ ਪਿੰਡ ਦੇ ਵਿੱਚ ਚਲੀ ਗਈ ਰੋਟੀ ਲੈਣ ਲਈ। ਪਿੰਗਲੇ ਨੇ ਉੱਥੇ ਇਸ਼ਨਾਨ ਕੀਤਾ, ਸ਼ਰਧਾ ਭਾਵਨਾ ਨਾਲ ਇਸ਼ਨਾਨ, ਉਹ ਠੀਕ ਹੋ ਗਿਆ। ਹੁਣ ਰਜਨੀ ਨੂੰ ਉਹਨਾਂ ਵਿਸ਼ਵਾਸ ਨਹੀਂ ਹੋਇਆ ਇਹ ਪਿੰਗਲਾ ਹੈ, ਉਹਨੇ ਹੱਥ ਵਿਖਾਇਆ, ਇਹ ਵੇਖ, ਹੁਣ ਉਹ ਠੀਕ ਹੋ ਗਿਆ। ਫਿਰ ਰੋਟੀ ਕਮਾਉਣ ਲੱਗ ਪਏ, ਘਰ ਬਣਾ ਲਿਆ, ਸਭ ਕੁਝ ਕਮਾ ਲਿਆ। ਫਿਰ ਆਪਣੇ ਪਿਤਾ ਨੂੰ ਜਾ ਕੇ ਕਹਿੰਦੇ ਪਿਤਾ ਜੀ ਪਤਾ ਲੱਗਿਆ ਕੌਣ ਪਾਲਦਾ ਹੈ, ਆਹ ਵੇਖੋ ਇਹ ਠੀਕ ਵੀ ਹੋ ਗਿਆ। ਪਾਲਣ ਵਾਲਾ ਰੱਬ ਹੈ। ਪਰ ਇੱਥੇ ਦੁਨੀਆ ਤੇ ਕਈ ਵਾਰੀ ਮਨੁੱਖਾਂ ਨੂੰ ਹੰਕਾਰ ਹੋ ਜਾਂਦਾ ਹੈ, ਕਿਉਂਕਿ ਅੱਗੇ ਹੋ ਕੇ ਆਪ ਕੰਮ ਕਰ ਰਹੇ ਹਾਂ, ਐਵੇਂ ਲੱਗਦਾ ਹੈ ਮਨੁੱਖ ਨੂੰ ਮੈਂ ਇੱਥੇ ਕੁਝ ਕਰ ਰਿਹਾ। ਮੈਂ ਫਿਰ ਬੇਨਤੀ ਕਰਦੇ ਹਾਂ ਸਾਧ ਸੰਗਤ, ਕੋਈ ਇੱਥੇ ਕੁਝ ਕਰ ਨਹੀਂ ਰਿਹਾ, ਸਭ ਕੁਝ ਹੋ ਰਿਹਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਗੁਰਬਾਣੀ ਇਹ ਕਹਿੰਦੀ ਹੈ। ਸਾਰੇ ਜੀ ਨੇ, ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਇਹ ਅਸੀਂ ਬਣਾਏ ਨੇ। ਮੈਂ ਕੱਲ੍ਹ ਵੀ ਆਪ ਜੀ ਨੂੰ ਬੇਨਤੀ ਕੀਤੀ, ਕਿਸੇ ਨੂੰ ਕਰੋਨਾ ਹੋ ਜਾਏ, ਉਹਦੀ ਕੋਈ ਇਹ ਥੋੜ੍ਹੀ ਨਾ ਵੀ ਮੁਸਲਮਾਨ ਦਾ ਟਰੀਟਮੈਂਟ ਅੱਡ ਹੈ, ਨਹੀਂ, 5 ਤੱਤ ਸਾਰਿਆਂ 'ਚ ਨੇ। ਉਦੋਂ ਨਹੀਂ ਇਹ ਕਹਿੰਦੇ ਵੀ ਇਹਦੀਆਂ ਗੋਲੀਆਂ ਅੱਡ ਨੇ, ਜੈਨੀ ਦੀਆਂ ਅੱਡ ਨੇ, ਬੋਧੀ ਦੀਆਂ ਨਹੀਂ ਅੱਡ ਨੇ। ਰੱਬ ਨੇ ਮਨੁੱਖ ਬਣਾਇਆ, ਧਰਮ ਅਸੀਂ ਬਣਾਏ ਨੇ, ਔਰ ਉਹ ਧਰਮ ਮਾੜੇ ਨਹੀਂ ਨੇ। ਸਾਰਿਆਂ ਦਾ ਇੱਕੋ ਪਰਮਾਰਥ ਹੈ ਵੀ ਰੱਬ ਨੂੰ ਮਿਲਣਾ। ਅੱਗੇ ਮਨੁੱਖ ਇਹਨਾਂ ਰਾਹਾਂ ਦੇ ਪਿੱਛੇ ਲੜ ਪੈਂਦੇ ਨੇ, ਕਿਸੇ ਦਾ ਘਰ ਫੂਕ ਦਿੰਦੇ ਨੇ, ਕਿਸੇ ਦਾ ਗਲਾ ਵੱਢ ਦਿੰਦੇ ਨੇ, ਐਸਾ ਚੱਲਦਾ ਹੈ ਦੁਨੀਆ ਵਿੱਚ। ਪਰ ਮੇਰੇ ਮਹਾਰਾਜ ਕਹਿੰਦੇ ਨੇ ਪਾਲਣ ਵਾਲਾ ਰੱਬ ਹੈ, ਸਭਨਾ ਜੀਆਂ ਕਾ ਇੱਕ ਦਾਤਾ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਹੇ ਪਰਮਾਤਮਾ ਜੇ ਤੂੰ ਕਿਰਪਾ ਕਰਨੀ ਇੱਕ ਕਰੀ, ਮੈਨੂੰ ਸੁੱਖ ਵੀ ਦੇ ਦੇਈਂ, ਤੂੰ ਮੈਨੂੰ ਮੋਤੀ ਤਾ ਮੰਦਰ ਉਸਰਹੇ, ਰਤਨੀ ਤਾ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰ ਤੇਰਾ ਚਿੱਤ ਨਾ ਆਵੇ ਨਾ। ਐਸਾ ਨਾ ਹੋਏ ਮਹਾਰਾਜ, ਮੋਤੀਆਂ ਦੇ ਮੇਰੇ ਘਰ ਹੋਣ, ਮੋਤੀ ਤਾ ਮੰਦਰ ਉਸਰਹੇ, ਰਤਨੀ ਤਾ ਹੋਏ ਜੜਾਓ, ਰਤਨਾ ਦਾ ਜੜਾਓ ਹੋਏ ਉਹਨਾਂ ਉੱਤੇ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ,
ਚੰਦਨ ਦਾ ਲੇਪ ਹੋਏ ਘਰ ਦੇ ਵਿੱਚ, ਜੇ ਤੋਂ ਵਧੀਆ ਵਧੀਆ ਖੁਸ਼ਬੂ ਆਏ। ਪਰ ਮਹਾਰਾਜ ਇੱਕ ਕੰਮ ਕਰੀ, ਘਰ ਤੇ ਭਾਵੇਂ ਏਡੇ ਵੱਡੇ ਦੇ ਦੇਵੇਂ, ਪਰ ਕਿਤੇ ਇਹਨਾਂ ਘਰਾਂ ਨੂੰ ਵੇਖ ਕੇ ਮੈਂ ਤੈਨੂੰ ਨਾ ਭੁੱਲ ਜਾਵਾਂ, ਬਸ ਇਹ ਯਾਦ ਰੱਖੀ। ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਹੋ। ਐਸਾ ਨਾ ਕਦੇ। ਇਹਨੂੰ ਮਹਾਰਾਜ ਜੀ ਨੇ ਕਿਹਾ, ਪਰਮਾਤਮਾ ਜੇ ਮੇਰੇ ਤੇ ਕਿਰਪਾ ਕਰਨੀ ਹੈ ਗੁਰਾ, ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ। ਮੈਨੂੰ ਕਿਤੇ ਉਹ ਰੱਬ ਦਾ ਨਾਂ ਵਿਸਰ ਨਾ ਜਾਏ। ਜਾਣਿਓ ਚਿਤ ਵਿਕਾਰ ਜੁਤ ਤਿਸ ਕੋ, ਪਠਿਓ ਹੁਕਮਨਾਮਾ ਤਿਸ ਕਾਲ। ਮਹਾਰਾਜ ਨੇ ਸੋਚਿਆ ਇਹਦਾ ਚਿੱਤ ਵਿਕਾਰੀ ਹੋ ਗਿਆ, ਫਰੀ ਦਾ ਰਾਸ਼ਨ ਮਿਲ ਰਿਹਾ। ਇਸ ਕਰਕੇ ਮਹਾਰਾਜ ਜੀ ਨੇ ਇੱਕ ਹੁਕਮਨਾਮਾ ਆਪਣੀ ਕਲਮ ਦੇ ਨਾਲ ਲਿਖਿਆ ਤੇ ਭਾਈ ਸਾਵਣ ਮਲ ਜੀ ਦੇ ਕੋਲ ਭੇਜਿਆ ਹੈ। ਪਠ ਕਰ ਪਠ ਵੇਲਾਓ ਲਿਖ ਭੇਜਿਓ, ਆਵਣ ਦੇਤ ਨਹੀਂ ਮਹਿਪਾਲ। ਪਰ ਉਹਨੇ ਗੁਰੂ ਦਾ ਹੁਕਮਨਾਮਾ ਵੀ ਪੜਿਆ, ਪਰ ਪੜ ਕੇ ਅਣਗੋਲਾ ਕਰ ਦਿੱਤਾ। ਗੁਰੂ ਨੇ ਤੇ ਕਿਹਾ ਆ ਜਾ, ਅਣਗੋਲਾ ਕਰ ਦਿੱਤਾ। ਐਵੇਂ ਹੀ ਹੁੰਦਾ ਮਹਾਰਾਜ। ਸਾਧ ਸੰਗਤ, ਕਿੱਡੇ ਕਿੱਡੇ ਸਪੀਕਰ ਧਾਰਮਿਕ ਮੰਦਰਾਂ ਦੇ ਚੱਲਦੇ ਨੇ, ਕਿੱਡੀਆਂ ਵੱਡੀਆਂ ਵੱਡੀਆਂ ਗਿਰਾਵਾਂ, ਕਿੱਡੀਆਂ ਵੱਡੀਆਂ ਵੱਡੀਆਂ ਬਾਤਾਂ ਇਹਨਾਂ ਸਪੀਕਰਾਂ 'ਚੋਂ ਬੋਲੀਆਂ ਜਾਂਦੀਆਂ ਨੇ। ਮਨੁੱਖ ਸੁਣ ਕੇ ਅਣਸੁਣੀ ਕਰ ਦਿੰਦਾ। ਕਾਰਨ ਕੀ ਹੈ? ਮਨੁੱਖ ਦਾ ਮਨ ਕਿਤੇ ਹੋਰ ਲੱਗ ਗਿਆ। ਕਿੱਡੀਆਂ ਕਿੱਡੀਆਂ ਵੱਡੀਆਂ ਰੱਬ ਦੀਆਂ ਗੱਲਾਂ ਵੱਡੇ ਵੱਡੇ ਸਪੀਕਰਾਂ ਦੇ ਲਾਈ ਕਹੀਆਂ ਜਾਂਦੀਆਂ ਨੇ, ਸੁਣ ਕੇ ਅਣਸੁਣੀਆਂ ਕਰ ਦਿੰਦਾ। ਮਨੁੱਖ ਸੁਣ ਕੇ ਅਣਸੁਣੀ ਕਦੋਂ ਕਰਦਾ ਹੈ? ਜਦੋਂ ਉਹਦੇ ਅੰਦਰ ਕੋਈ ਹੰਕਾਰ, ਆਪਣੀ ਬੁੱਧੀ ਤੇ ਮਾਣ ਹੋਏ। ਹਜੇ ਮਨੁੱਖ ਨੂੰ ਆਪਣੀ ਬੁੱਧੀ ਤੇ ਮਾਣ ਹੈ, ਗੁਰੂ ਦੀ ਬੁੱਧੀ ਤੇ ਕੋਈ ਮਾਣ ਨਹੀਂ। ਤਾਂ ਹੀ ਕਰਕੇ ਗੁਰੂ ਨੇ ਹੁਕਮਨਾਮਾ ਭੇਜਿਆ, ਸੁਣ ਕੇ ਅਣਸੁਣਾ ਕਰ ਦਿੱਤਾ। ਅੱਗੋਂ ਲਿਖ ਭੇਜਿਆ, ਮਹਾਰਾਜ ਮੈਂ ਨਹੀਂ ਆ ਸਕਦਾ, ਮੈਨੂੰ ਰਾਜਾ ਆਉਣ ਨਹੀਂ ਦਿੰਦਾ ਹੈ। ਕੇ ਤਕ ਦਿਨ ਮਹਿ ਦਰਸ਼ਨ ਕਰਹੁ, ਸ੍ਰੀ ਸਤਿਗੁਰ ਸੁਨ ਜਾਨ ਬਲਾਉ। ਬਾਅਦ ਚ ਕਹਿੰਦਾ ਮਹਾਰਾਜ ਮੈਂ ਥੋੜੇ ਦਿਨਾਂ ਵਿੱਚ ਆ ਕੇ ਦਰਸ਼ਨ ਕਰਾਂਗਾ। ਮਹਾਰਾਜ ਜੀ ਸਮਝ ਗਏ ਇਹ ਬਹਾਨੇ ਭਾਲਦਾ ਹੈ, ਆਉਣਾ ਹੀ ਨਹੀਂ ਚਾਹੁੰਦਾ ਹੈ। ਅਜਮਤ ਜੁਗਤ ਰੁਮਾਲ ਸੋ ਤਤ ਛਿਨ, ਗੋਇੰਦਵਾਲ ਚਹਿਓ ਚੱਲ ਆਉ। ਮਹਾਰਾਜ ਜੀ ਨੇ ਫਿਰ ਰੁਮਾਲ ਨੂੰ ਹੁਕਮ ਕੀਤਾ ਵੀ ਤੇਰੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਨੇ ਤੂੰ ਲੈ ਕੇ ਗੋਇੰਦਵਾਲ ਆ ਜਾ, ਇਹਨੂੰ ਰਹਿਣ ਦੇ ਇੱਥੇ। ਆ ਸਾਰੀਆਂ ਸ਼ਕਤੀਆਂ ਲੈ ਕੇ ਮਹਾਰਾਜ ਜੀ ਨੇ ਸਾਰੀਆਂ ਸ਼ਕਤੀਆਂ ਜਿੰਨੀਆਂ ਅਜਮਤਾਂ ਦਿੱਤੀਆਂ ਨੇ ਸਾਰੀਆਂ ਖਿੱਚ ਲਈਆਂ ਹਨ। ਚੇਤਵਨ ਤੇ ਤੂਰਨ ਹੀ ਆਇਓ, ਛੂਛੋ ਸਾਵਣ ਤਹਾਂ ਰਹਾਉ। ਨਾਲ ਦੀ ਨਾਲ ਉਹ ਵਾਪਸ ਆ ਗਈਆਂ ਸ਼ਕਤੀਆਂ। ਹੁਣ ਸਾਵਣ ਮਨ ਖਾਲੀ ਹੋ ਗਿਆ, ਆਮ ਮਨੁੱਖਾਂ ਵਰਗਾ ਹੋ ਗਿਆ, ਸ਼ਕਤੀ ਉਹਦੇ ਵਿੱਚ ਕੋਈ ਨਹੀਂ ਰਹੀ ਹੈ। ਜਾਨ ਗੁਰੂ ਗਤ ਬਹੁਤ ਬਿਸੂਰਤ, ਮੈਂ ਕੂ ਕਰਮ ਹੀ ਲਿਓ ਕੁਮਾਉ। ਜਦੋਂ ਵੇਖਿਆ ਸ਼ਕਤੀਆਂ ਚਲੀਆਂ ਗਈਆਂ ਨੇ, ਮਨ ਵਿੱਚ ਸੋਚਦਾ ਮੈਂ ਤੇ ਬੜਾ ਵੱਡਾ ਕੁਕਰਮ ਕਰ ਲਿਆ, ਚੰਗਾ ਕਰਮ ਨਹੀਂ ਮਾੜਾ ਕੀਤਾ, ਮੈਂ ਗੁਰੂ ਦੇ ਨਾਲ ਧੋਖਾ ਕੀਤਾ। ਗੁਰੂ ਨੇ ਇੰਨਾ ਕੁਝ ਦਿੱਤਾ ਸੀ, ਮੈਂ ਉਹਦੇ ਨਾਲ ਬਹਾਨੇ ਘੜੇ, ਗੁਰੂ ਨੇ ਸਾਰਾ ਕੁਝ ਹੀ ਖੋਹ ਲਿਆ ਹੈ। ਦਿਨ ਦੋਏ ਚਤੁਰ ਬਿਸੂਰਤ ਬੀਤੇ, ਪੁਨ ਮਨ ਮਹਿ ਸਮਝਿਓ ਇਸ ਭਾਏ। ਜਦੋਂ 2 ਦਿਨ ਬੀਤੇ, ਆਪਣੇ ਮਨ ਦੇ ਵਿੱਚ ਫਿਰ ਹੁਣ ਇਸ ਤਰੀਕੇ ਨਾਲ ਸੋਚਦਾ ਹੈ, ਰਾਜਾ ਰਾਣੀ ਸਚਵ ਪ੍ਰਜਾ ਜੁਤ, ਮੈਂ ਅਬ ਚਲੂੰ ਪਰਹੂੰ ਗੁਰ ਪਾਏ। ਭੈੜੀ ਦਸ਼ਾ ਹੋ ਗਈ। ਕਹਿੰਦਾ ਰਾਜੇ ਰਾਣੀ ਨੂੰ, ਮੰਤਰੀਆਂ ਨੂੰ ਕਹਿੰਦਾ ਮੈਂ ਹੁਣ ਆਪਣੇ ਗੁਰੂ ਦੇ ਕੋਲ ਚੱਲਦਾ, ਮੈਂ ਹੁਣ ਇੱਥੇ ਨਹੀਂ ਰਹਿਣਾ ਹੈ। ਭੂਲ ਕਰੋ ਬਖਸ਼ਾਵਨ ਸਗਰੀ, ਇਹ ਵਿਸਾਲ ਨਾ ਕੁਛ ਮਨ ਲਿਆਏ। ਕਹਿੰਦੇ ਇਸ ਕਰਕੇ ਹੁਣ ਮੈਂ ਜਾ ਕੇ ਆਪਣੀ ਭੁੱਲ ਗੁਰੂ ਤੋਂ ਬਖਸ਼ਾਉਣਾ ਚਾਹੁੰਦਾ ਹਾਂ। ਇਹ ਬਹੁਤ ਵੱਡੀ ਗਲਤੀ ਮੈਂ ਕਰ ਚੁੱਕਿਆ ਹਾਂ। ਸਭ ਸੰਗਤ ਜੁਤ ਸਰਨੀ ਪਰਹੋਂ, ਬਿਨਤੀ ਕਰਹੁ ਥਿਰ ਅਕਵਾਏ। ਮੈਂ ਸਾਰੀ ਸੰਗਤ ਦੇ ਨਾਲ ਜਾ ਕੇ ਤੁਹਾਨੂੰ ਵੀ ਨਾਲ ਲੈ ਜਾਵਾਂਗਾ, ਜਾ ਕੇ ਉਹਨਾਂ ਦੇ ਚਰਨਾਂ ਵਿੱਚ ਅੱਗੇ ਹੋ ਕੇ ਮੱਥਾ ਟੇਕਾਂਗਾ। ਮਹਾਰਾਜ ਬੜੀਆਂ ਗਲਤੀਆਂ ਕੀਤੀਆਂ ਨੇ, ਮੇਰੀ ਇਸ ਗਲਤੀ ਨੂੰ ਬਖਸ਼ ਦਿਓ। ਬੜ ਅਨ ਕੀ ਰਿਸ ਅਗਨੀ ਸੰਸਰ, ਬਿਨੈ ਨੀਰ ਤੇ ਹੋਵਤ। ਕਹਿੰਦੇ ਐਵੇਂ ਸਮਝੋ ਜਿਹੜਾ ਵੱਡਿਆਂ ਦਾ ਗੁੱਸਾ ਹੈ ਉਹ ਅੱਗ ਦੇ ਸਮਾਨ ਹੈ,
ਤੇ ਜਿਵੇਂ ਅੱਗ ਪਾਣੀ ਤੋਂ ਬਿਨਾ ਸ਼ਾਂਤ ਨਹੀਂ ਹੁੰਦੀ ਹੈ, ਗੁਰੂ ਦਾ ਪਰਮਾਤਮਾ ਦਾ ਗੁੱਸਾ ਫਿਰ ਸ਼ਰਣੀ ਪੜ ਤੋਂ ਬਿਨਾ ਠੰਡਾ ਨਹੀਂ ਹੁੰਦਾ। ਜਿਉਂ-ਜਿਉਂ ਮਨੁੱਖ ਹੰਕਾਰੀ ਬਣਦਾ ਜਾਂਦਾ ਹੈ, ਪਰਮਾਤਮਾ ਦੇ ਨਾਲ ਉਹਦਾ ਮੱਥਾ ਲਾ ਲੈਂਦਾ ਮਨੁੱਖ। ਜਿਉਂ-ਜਿਉਂ ਮਨੁੱਖ ਨੂੰ ਆਪਣੇ ਤੇ ਮਾਣ ਵੱਧਦਾ ਜਾਂਦਾ ਹੈ, ਇੱਕ ਹੁੰਦਾ ਸਵੈ ਮਾਣ, ਇੱਕ ਹੁੰਦਾ ਅਭਿਮਾਨ। ਇਹ ਅਭਿਮਾਨ ਹੈ, ਸਵੈ ਮਾਣ ਹੋਣਾ ਚਾਹੀਦਾ ਹੈ, ਸਵਾਭਿਮਾਨ ਤੇ ਹੋਣਾ ਚਾਹੀਦਾ ਹੈ, ਅਭਿਮਾਨ ਨਹੀਂ ਹੋਣਾ ਚਾਹੀਦਾ। ਇਹ ਅਭਿਮਾਨ ਹੈ, ਇਹ ਅਹੰਕਾਰ ਹੈ, ਇਹ ਵੱਧਦਾ ਗਿਆ ਉਹਦੇ ਅੰਦਰ। ਮਨ ਵਿੱਚ ਇਹ ਸੋਚਦਾ ਹੈ ਮੈਂ ਆਪਣੇ ਗੁਰੂ ਦੇ ਨਾਲ ਧੋਖਾ ਕੀਤਾ, ਪਰ ਗੁਰੂ ਦਾ ਗੁੱਸਾ, ਪਰਮਾਤਮਾ ਦਾ ਗੁੱਸਾ ਅਗਨੀ ਦੇ ਸਮਾਨ ਹੈ। ਹੁਣ ਤੇ ਇੱਕ ਹੀ ਗੱਲ ਹੈ, ਮੈਂ ਸ਼ਰਣੀ ਪਵਾਂ। ਔਰ ਸਾਧ ਸੰਗਤ, ਮਹਾਰਾਜ ਨੇ ਬਾਣੀ ਵਿੱਚ 2 ਪੰਕਤੀਆਂ ਦੇ ਵਿੱਚ ਜੇ ਸ਼ਬਦ ਲਾਇਆ। ਕਹਿੰਦੇ ਜੇ ਗੁਰੂ ਦੀ, ਪਰਮਾਤਮਾ ਦੀ ਕਿਰਪਾ ਹੋ ਜੇ, ਕੀ ਕਰ ਸਕਦਾ ਹੈ? ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸ਼ਬਦ ਹੈ। ਜੇ ਦਾ ਮਤਲਬ ਅਸੀਂ ਕਲਪਨਾ ਕਰ ਰਹੇ ਹਾਂ। ਜੇ ਉਹਦੀ ਨਜ਼ਰ ਹੋ ਜਾਏ, ਜੇ ਸਤਿਗੁਰ ਨਜ਼ਰ ਕਰੇ, ਜੇ ਗੁਰੂ ਨਜ਼ਰ ਕਰ ਦੇ, ਪਰਮਾਤਮਾ ਨਜ਼ਰ ਕਰ ਦੇਵੇ। ਇੱਕ ਪੰਕਤੀ ਹੋਰ ਵੀ ਹੈ, ਉਹਦੇ ਵਿੱਚ ਵੀ ਜੇ ਲੱਗਿਆ, ਨਦਰ ਉਪੱਠੀ ਜੇ ਕਰੇ। ਜੇ ਰੱਬ ਨਿਗਾਹ ਪੁੱਠੀ ਕਰ ਲਵੇ ਫਿਰ ਕੀ ਹੁੰਦਾ ਹੈ? ਨਦਰ ਉਪੱਠੀ ਜੇ ਕਰੇ, ਸੁਲਤਾਨਾ ਘਾਓ ਕਰਾਏਂਦਾ। ਵੱਡੇ ਵੱਡੇ ਰਾਜਿਆਂ ਨੂੰ ਥੱਲੇ ਸੁੱਟ ਦਿੰਦਾ। ਦਰ ਮੰਗਣ ਭਿੱਖ ਨਾ ਪਾਏਂਦਾ। ਲੋਕਾਂ ਦੇ ਦਰਵਾਜ਼ਿਆਂ ਤੋਂ ਭੀਖ ਮੰਗਦੇ ਨੇ, ਰੱਬ ਉਹਨਾਂ ਨੂੰ ਭੀਖ ਵੀ ਮੰਗਣ ਨਹੀਂ ਦਿੰਦਾ, ਏਡਾ ਹੌਲਾ ਕਰ ਦਿੰਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦਸਤਗੀਰ ਪੀਰ ਨੂੰ ਮਿਲੇ, ਉਹਨੇ ਇੱਕ ਹੀ ਸਵਾਲ ਕੀਤਾ। ਕਹਿੰਦੇ ਪਰਮਾਤਮਾ, ਸਵਾਲ ਤੇ 3 ਨੇ, ਇੱਕ ਇਹ ਵਾਲਾ ਸਵਾਲ ਵੀ ਉਹਨੇ ਕੀਤਾ, ਪਰਮਾਤਮਾ ਕੁਝ ਕਰਦਾ ਹੀ ਹੈ ਕਿ ਵਿਹਲਾ ਬੈਠਾ ਹੈ? ਉਹਨੇ ਇਹ ਸਵਾਲ ਕੀਤਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤੇਰੇ ਸਵਾਲ ਦਾ ਜਵਾਬ ਦੇ ਦਿੰਦਾ। ਦਸਤਗੀਰ ਪੀਰ ਤਖਤ ਤੇ ਬੈਠਾ ਹੈ, ਮਹਾਰਾਜ ਕਹਿੰਦੇ ਉੱਥੋਂ ਥੱਲੇ ਆ। ਉੱਥੋਂ ਥੱਲੇ ਆਇਆ, ਮਹਾਰਾਜ ਜਾ ਕੇ ਤਖਤ ਤੇ ਬੈਠ ਗਏ। ਕਹਿੰਦੇ ਇਹ ਕੀ ਹੋਇਆ? ਇਹ ਮੇਰੇ ਸਵਾਲ ਦਾ ਜਵਾਬ ਹੈ? ਮਹਾਰਾਜ ਕਹਿੰਦੇ ਇਹੀ ਤੇ ਤੇਰੇ ਸਵਾਲ ਦਾ ਜਵਾਬ ਹੈ। ਰੱਬ ਇਹੀ ਕੰਮ ਦਿਨ ਰਾਤ ਕਰਦਾ ਹੈ। ਜਿਹੜੇ ਥੱਲੇ ਹੁੰਦੇ ਨੇ ਉਹਨਾਂ ਨੂੰ ਤਖਤਾਂ ਤੇ ਬਹਾ ਦਿੰਦਾ ਹੈ, ਤਖਤਾਂ ਦੇ ਬੈਠਿਆਂ ਨੂੰ ਥੱਲੇ ਲਾ ਦਿੰਦਾ ਹੈ। ਇਹ ਸਾਰਾ ਦਿਨ ਹੀ ਇਹ ਕੰਮ ਰੱਬ ਦਾ ਚੱਲ ਰਿਹਾ ਹੈ। ਕਿਸਿਆਂ ਦੇ ਕੋਲੋਂ ਖੋਹ ਲੈਂਦਾ, ਕਿਸਿਆਂ ਨੂੰ ਦੇ ਦਿੰਦਾ। ਨਦਰ ਉਪੱਠੀ ਜੇ ਕਰੇ, ਸੁਲਤਾਨਾ ਘਾਓ ਕਰਾਏਂਦਾ। ਦਰ ਮੰਗਣ ਭਿੱਖ ਨਾ ਪਾਏ। ਔਰ ਮਹਾਰਾਜ ਬਾਣੀ 'ਚ ਕਹਿੰਦੇ ਨੇ ਰੱਬ ਦਾ ਵੈਰ ਕਾਮੀਆਂ ਦੇ ਨਾਲ ਘੱਟ ਹੈ, ਅਹੰਕਾਰੀਆਂ ਨਾਲ ਹੀ ਵੈਰ ਹੈ ਉਹਦਾ। ਕਿਉਂ? ਹੰਕਾਰੀ ਆਪਣੀ ਅੱਡ ਹਸਤੀ ਸਿਰਜਣੀ ਚਾਹੁੰਦਾ ਹੈ। ਹੰਕਾਰੀ ਇਹ ਕਹਿੰਦਾ ਮੇਰੀ ਪੂਜਾ ਕਰੋ, ਮੈਨੂੰ ਪੂਜੋ। ਜੇ ਉਹਦੇ ਸਾਹਮਣੇ ਕੋਈ ਕਹਿ ਵੀ ਦਵੇ ਨਾ, ਜੇ ਕਿਸੇ ਨੇ ਕਿਸੇ ਨੂੰ ਪੈਸੇ ਦਿੱਤੇ ਨੇ, ਮਨੁੱਖ ਬੜਾ ਹੰਕਾਰੀ ਹੈ, ਉਹਦੇ ਸਾਹਮਣੇ ਕੋਈ ਕਹਿ ਵੀ ਦੇਵੇ ਚਲੋ ਤੁਹਾਡੇ ਥਰੂ ਹੀ ਸਾਡੀ ਰੱਬ ਨੇ ਮਦਦ ਕੀਤੀ ਹੋਵੇਗਾ, ਬੜੇ ਮੂਰਖ ਲੋਕ ਨੇ। ਮਦਦ ਮੈਂ ਕੀਤੀ ਹੈ, ਨਾ ਰੱਬ ਦਾ ਲੈ ਰਹੇ ਨੇ। ਮਨੁੱਖ ਨੂੰ ਸੱਟ ਵੱਜਦੀ ਅੰਦਰ। ਕਿ ਜਿਉਂ-ਜਿਉਂ ਮਨੁੱਖ ਅੱਗੇ ਵੱਧਦਾ ਜਾਂਦਾ ਹੈ, ਹੰਕਾਰ ਪੱਕਾ ਹੁੰਦਾ ਜਾਂਦਾ ਹੈ, ਤਕੜਾ ਹੋ ਜਾਂਦਾ ਹੈ। ਔਰ ਗੁਰਬਾਣੀ ਕਹਿੰਦੀ ਹੈ ਹੰਕਾਰੀਆਂ ਦੇ ਨਾਲ ਰੱਬ ਦਾ ਵੈਰ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲੈ। ਗੁਰਬਾਣੀ ਕਹਿੰਦੀ ਹੈ ਹਰਨਾਕਸ਼ ਹੰਕਾਰੀ ਹੈ, ਰੱਬ ਨੇ ਮਾਰਿਆ ਉਹਨੂੰ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹੁਣ ਇਸੇ ਤਰੀਕੇ ਦੇ ਨਾਲ ਉਹ ਕਹਿੰਦਾ ਵੱਡਿਆਂ ਦਾ ਗੁੱਸਾ, ਭਾਈ ਸਾਵਣ ਮਲ ਕਹਿੰਦਾ ਬੜਾ ਮਾੜਾ ਹੈ, ਪਰ ਇਹਦੇ ਤੇ ਮੈਂ ਖਿਮਾ ਦੀ। ਕਦੇ ਅੰਦਰ ਹੰਕਾਰ ਆ ਵੀ ਜਾਏ, ਇੱਕੋ ਤਰੀਕਾ ਰੱਬ ਦੇ ਅੱਗੇ ਬਖਸ਼ਾਉਣ ਦਾ, ਹੱਥ ਜੋੜਨੇ ਪੈਂਦੇ। ਦਿਲੋਂ ਇਹ ਕਹਿਣਾ ਪੈਂਦਾ ਰੱਬਾ ਅੱਜ ਤਾਈਂ ਜਿਹੜੇ ਔਗਣ ਕੀਤੇ ਨੇ ਬਖਸ਼ ਲੈ। ਕੀਤੇ ਬੜੇ ਨੇ। ਮਹਾਰਾਜ ਬਾਣੀ ਤੇ ਕਹਿੰਦੇ ਨੇ ਰੱਬਾ ਕਿਤੇ ਮੇਰੇ ਚੰਗੇ ਗੁਣਾਂ ਦਾ ਲੇਖਾ ਨਾ ਕਰੀ। ਕਿਉਂ? ਜੇ ਤੂੰ ਮੇਰੇ ਚੰਗੇ ਗੁਣ ਵੇਖਣ ਲੱਗ ਗਿਆ, ਮੈਂ ਕੀਤੇ ਹੀ ਕੁਛ ਨਹੀਂ, ਔਗਣ ਜ਼ਿਆਦਾ ਨੇ। ਜੇ ਕਿਤੇ ਤੂੰ ਆਪਣੇ ਵਾਲੀ ਡੈਰੀ ਖੋਲ ਲਈ ਔਗਣਾਂ ਵਾਲੀ, ਫਿਰ ਤੇ ਮੇਰੇ ਗੁਣ ਤੇ ਬਹੁਤ ਛੋਟੇ ਨੇ। ਲੇਖਾ ਛੋੜ ਅਲੇਖਾ ਛੁੱਟੈ, ਲੇਖਾ ਛੱਡ ਦੇ। ਕਿਉਂ? ਮੈਂ ਛੁੱਟਾਂਗਾ ਹੀ ਅਲੇਖੇ ਵਿੱਚ, ਉਵੇਂ ਛੁੱਟ ਹੀ ਨਹੀਂ ਸਕਦਾ। ਲੇਖਾ ਛੋੜ ਅਲੇਖਾ ਛੁੱਟੈ, ਹਮ ਨਿਰਗੁਣ ਲੇਹੋ ਉਬਾਰੀ। ਮੈਂ ਤੇ ਨਿਰਗੁਣ ਹਾਂ, ਮੈਨੂੰ ਪਰਮਾਤਮਾ ਤੂੰ ਆਪਣੇ ਦਰ ਤੇ ਬਖਸ਼ਿਸ਼ ਕਰ ਦੇਵੇ। ਸ਼ਾਂਤ ਅਵਰ ਉਪਾਵ ਨਹੀਂ ਕਛ ਬਨ ਹੈ, ਕਰੈ ਜੇ ਬਲ ਚਲ ਧ੍ਰਿਤ ਪਰ ਜਾਤ। ਇਸ ਕਰਕੇ ਹੁਣ ਤੇ ਇੱਕ ਹੀ ਇਲਾਜ ਹੈ, ਮੈਂ ਜਾ ਕੇ ਉਹਨਾਂ ਦੇ ਅੱਗੋਂ क्षमा ਮੰਗਾ। ਪਰ ਜੇ ਕਿਤੇ ਮੈਂ ਆਪਣਾ ਬਲ ਧਾਰਨ ਕੀਤਾ, ਹਜੇ ਵੀ ਹੰਕਾਰ ਵਿਖਾਇਆ, ਫਿਰ ਇਹ ਇਵੇਂ ਹੋਏਗਾ ਜਿਵੇਂ ਅੱਗ ਦੇ ਉੱਤੇ ਘਿਓ ਪਾਉਣਾ ਹੈ।
ਮਨੁੱਖ ਐਸਾ ਕਰ ਲੈਂਦਾ ਕਈ ਵਾਰੀ। ਪਹਿਲਾਂ ਤੇ ਇੱਕ ਵਾਰੀ ਰੱਬ ਦੇ ਨਾਲ ਮਨੁੱਖ ਪਹਿਲਾਂ ਹੀ ਜਦੋਂ ਰੱਬ ਨੂੰ ਵਿਸਾਰ ਦਿੰਦਾ, ਅਕਿਰਤ ਘਣਤਾ ਉਦੋਂ ਹੀ ਕਰ ਦਿੰਦਾ ਹੈ। ਫਿਰ ਰੱਬ ਦੇ ਨਾਲ ਜਦੋਂ ਵਾਢਾ ਆਢਾ ਲਾ ਲੈਂਦਾ ਹੈ, ਰੱਬ ਦੇ ਨਾਲ ਵੈਰ ਪਾ ਲੈਂਦਾ ਹੈ, ਇਹ ਸਮਝੋ ਫਿਰ ਅੱਗ ਦੇ ਉੱਤੇ ਘਿਓ ਪਾਉਣਾ ਹੈ। ਜਿੰਨਾ ਅੱਗ ਦੇ ਉੱਤੇ ਘਿਓ ਪੈਂਦਾ ਹੈ ਉਨੀ ਫਿਰ ਅੱਗ ਜ਼ਿਆਦਾ ਉੱਠਦੀ ਹੈ। ਇਹ ਮਤ ਦਿਲ ਹੈ ਕਰ ਕਹਿਓ ਨਿਰਪਤ, ਕੋ ਹਮਰੇ ਵੱਡੇ ਕਹਾਂ ਅਵਤਾਤ। ਇਸ ਕਰਕੇ ਹੁਣ ਸਮਝ ਆ ਗਈ, ਮੈਨੂੰ ਰਾਜੇ ਨੂੰ ਦੱਸਣਾ ਪੈਣਾ। ਰਾਜੇ ਨੂੰ ਕਹਿੰਦਾ ਹੈ, ਹੇ ਰਾਜਨ, ਮੇਰੇ ਜਿਹੜੇ ਵੱਡੇ ਵਡੇਰੇ ਨੇ ਜਿਨ੍ਹਾਂ ਨੇ ਮੈਨੂੰ ਸ਼ਕਤੀ ਦਿੱਤੀ ਹੈ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਸਦੇ ਹਨ। ਕਿਰਪਾ ਪਾਏ ਤਿਨ ਕੀ ਮੈਂ ਆਇਓ, ਬਸਿਓ ਬਹੁਤ ਸਭ ਕੋ ਸੁਖ ਦਾਤ। ਪਹਿਲਾਂ ਨਹੀਂ ਦੱਸਿਆ ਵੀ ਮੈਨੂੰ ਕਿਰਪਾ ਉਹਨਾਂ ਨੇ ਕੀਤੀ ਹੈ, ਹੁਣ ਦੱਸਿਆ। ਜਦੋਂ ਸਭ ਕੁਝ ਚਲਾ ਗਿਆ ਹੁਣ ਕਹਿੰਦਾ ਮੈਂ ਐਵੇਂ ਨਹੀਂ ਸੀ ਆਇਆ, ਮੇਰੇ ਤੇ ਉਹਨਾਂ ਕਿਰਪਾ ਕੀਤੀ ਸੀ, ਰਮਾਲ ਦਿੱਤਾ ਸੀ। ਗੋਇੰਦਵਾਲ ਸਾਹਿਬ 'ਚ ਗੁਰੂ ਅਮਰਦਾਸ ਜੀ ਬੈਠੇ ਨੇ, ਉਹਨਾਂ ਦੀ ਕਿਰਪਾ ਨਾਲ ਹੀ ਮੈਂ ਸਭ ਕੁਝ ਕਰ ਰਿਹਾ ਸੀ। ਅਬ ਦਰਸ਼ਨ ਹਿਤ ਮੈਂ ਚੱਲ ਜੈ ਹੋ ਤੁਮ, ਪੀ ਚੱਲ ਕਰ ਪਰਸੋ ਪਾਏ। ਇਸ ਕਰਕੇ ਮੈਂ ਹੁਣ ਉਹਨਾਂ ਦੀ ਦਰਸ਼ਨ ਕਰਨ ਜਾਣਾ ਚਾਹੁੰਦਾ, ਤੇ ਐਸਾ ਕਰੋ ਤੁਸੀਂ ਵੀ ਮੇਰੇ ਨਾਲ ਜਾ ਕੇ ਉਹਨਾਂ ਦੇ ਦਰਸ਼ਨ ਕਰੋ। ਅਤ ਪੁਨੀਤ ਹੈ ਮੇਲ ਤਿਨਹੂ ਕੋ, ਲੋਕ ਪਰਲੋਕ ਭਲੋ ਹੋਏ ਜਾਏ। ਹੁਣ ਕਹਿੰਦਾ ਉਹਨਾਂ ਦਾ ਜਿਹੜਾ ਮੇਲਾ ਹੈ, ਉਹਨਾਂ ਦੇ ਨਾਲ ਜਿਹੜਾ ਮਿਲਾਪ ਹੈ ਉਹ ਏਡਾ ਵਧੀਆ ਹੈ, ਉਹਦੇ ਨਾਲ ਬੰਦੇ ਦਾ ਲੋਕ ਵੀ ਤੇ ਪਰਲੋਕ ਦੋਵੇਂ ਹੀ ਸਵਰ ਜਾਂਦੇ ਹਨ। ਉੱਤਮ ਅਧਿਕ ਅਕੋਰਨ ਕੋ ਲਿਹੋ, ਗੁਰ ਪ੍ਰਸੰਤਾ ਤੇ ਸੁਖ ਪਾਏ। ਇਸ ਕਰਕੇ ਉਹਨਾਂ ਤੋਂ ਪ੍ਰਸੰਨਤਾ ਪ੍ਰਾਪਤ ਕਰਾਂਗੇ। ਚੱਲੀਏ ਉਹਨਾਂ ਦੇ ਕੋਲ, ਵਧੀਆ ਵਧੀਆ ਭੇਟਾਵਾਂ ਲੈ ਲਓ, ਗੁਰੂ ਦੇ ਅੱਗੇ ਜਾ ਕੇ ਚੰਗੀਆਂ ਭੇਟਾਵਾਂ ਰੱਖਾਂਗੇ। ਸਭ ਰਨਵਾਸ ਸਚਿਵ ਅਰ ਸੇਨਾ, ਪ੍ਰਜਾ ਲੋਕ ਸੰਗੈ ਸਮੁਦਾਏ। ਹੁਣ ਸਾਵਣ ਮਲ ਕਹਿੰਦਾ ਰਾਜਾ ਆਪਣੀਆਂ ਸਾਰੀਆਂ ਰਾਣੀਆਂ ਨੂੰ, ਸੇਨਾ ਨੂੰ, ਮੰਤਰੀਆਂ ਨੂੰ, ਲੋਕਾਂ ਨੂੰ, ਜੋ ਵੀ ਤੇਰੇ ਕੋਲ ਹੈ ਸਾਰਿਆਂ ਨੂੰ ਲੈ ਕੇ ਅਸੀਂ ਗੋਇੰਦਵਾਲ ਸਾਹਿਬ ਚੱਲਦੇ ਹਾਂ। ਨਿਰਪ ਕਰ ਜੋਰੇ ਮਾਨ ਵਾਰਤਾ, ਭਇਓ ਤਿਆਰ ਸਭੀ ਸੰਗ ਲੀਨ। ਰਾਜੇ ਨੇ ਹੱਥ ਜੋੜ ਕੇ ਸਾਵਣ ਮਲ ਦੇ ਕਹੇ ਹੋਏ ਵਚਨ ਮੰਨ ਲਏ ਤੇ ਸਾਰਿਆਂ ਨੂੰ ਚੱਲਣ ਲਈ ਤਿਆਰ ਕਰ ਲਿਆ ਹੈ। ਸਾਵਣ ਮਲ ਹਿਤ ਸਿਵਕਾ ਦੀਨਸ, ਗੱਜ ਬਾਜੀ ਰਜ ਸਾਜ ਨਵੀਨ। ਭਾਈ ਸਾਵਣ ਮਲ ਵਾਸਤੇ ਸੋਹਣੀ ਪਾਲਕੀ ਲਿਆਂਦੀ ਅਤੇ ਹਾਥੀ ਘੋੜਿਆਂ ਦੇ ਉੱਤੇ ਸੋਹਣੇ ਲੰਗਾਰੇ ਵੀ ਉਹਨਾਂ ਬੰਨ ਲਏ ਹਨ। ਬਹੁ ਡੋਰੇ ਮਹਿਕੀ ਤੇ ਆਦਕ, ਚੜ ਚਾਲੀ ਔਰ ਆਨੰਦ ਕੀਨ। ਰਾਣੀਆਂ ਮਹਾਰਾਣੀਆਂ ਵੀ ਪਾਲਕੀਆਂ ਵਿੱਚ ਬਹਿ ਗਈਆਂ ਨੇ, ਹੁਣ ਹਰੀਪੁਰ ਤੋਂ ਗੋਇੰਦਵਾਲ ਸਾਹਿਬ ਵਾਸਤੇ ਚੱਲ ਪਏ ਹਨ। ਭਇਓ ਉਮਹਾ ਸਭਨ ਕੇ ਮਨ ਮਹਿ, ਦਰਸ਼ਨ ਦੇਖੈ ਗੁਰੂ ਪਰਬੀਨ। ਹੌਲੀ ਹੌਲੀ ਚੱਲਦੇ ਚੱਲਦੇ ਸਾਰਿਆਂ ਦੇ ਵਿੱਚ ਬੜਾ ਉਮਾਹ ਹੈ ਵੀ ਜਾ ਕੇ ਏਡੇ ਵੱਡੇ ਗੁਰੂ ਹਨ, ਉਹਨਾਂ ਦੇ ਅਸੀਂ ਦਰਸ਼ਨ ਕਰਾਂਗੇ। ਸਨੇ ਸਨੇ ਸਭ ਮਾਰਗ ਉਲੰਘੇ, ਗੋਇੰਦਵਾਲ ਪੁਰੀ ਕੋ ਆਏ। ਹੌਲੀ ਹੌਲੀ ਚੱਲਦਿਆਂ ਸਾਰਾ ਪੈਂਡਾ ਮੁੱਕ ਗਿਆ, ਆ ਕੇ ਗੋਇੰਦਵਾਲ ਸਾਹਿਬ ਪਹੁੰਚ ਗਏ ਹਨ। ਨਦੀ ਬਿਪਾਸਾ ਕੇ ਤਟ ਉਤਰੇ, ਨਿਰਪ ਮਹਿਕੀ ਸੇਨਾ ਸਮੁਦਾਏ। ਉਹਨਾਂ ਆ ਕੇ ਬਿਆਸ ਦਰਿਆ ਦੇ ਕੰਢੇ ਤੇ ਉਤਰੇ ਨੇ। ਰਾਜੇ ਰਾਣੀਆਂ ਸਾਰੇ ਆ ਕੇ ਉੱਥੇ ਬੈਠ ਗਏ ਹਨ। ਧੀਰ ਦਿਲਾਸਾ ਦੇ ਕਰ ਤਬਹੀ, ਸਾਵਣ ਮੱਲ ਪੁਰੀ ਪਰਵਸਾਏ। ਸਾਵਣ ਮੱਲ ਨੇ ਆਪਣੇ ਦਿਲ ਨੂੰ ਦਿਲਾਸਾ ਦਿੱਤਾ ਵੀ ਹੁਣ ਗੁਰੂ ਦੇ ਸਾਹਮਣੇ ਵੀ ਜਾਣਾ ਹੈ। ਰੁਮਾਲ ਵੀ ਲਿਆ ਸੀ, ਸਾਰਾ ਕੁਝ ਬੇਮੁਖ ਵੀ ਹੋ ਗਿਆ। ਦਿਲਾਸਾ ਦੇ ਕੇ ਗੋਇੰਦਵਾਲ ਸਾਹਿਬ ਦੇ ਵਿੱਚ ਐਂਟਰੀ ਕੀਤੀ ਹੈ। ਮਿਲਿਓ ਮੇਲੀਅਨ ਸਿੱਖ ਸਭ ਸੰਗਤ, ਕੁਸ਼ਲ ਪ੍ਰਸੰਨ ਕਰ ਔਰ ਹਰਖਾਏ। ਆਪਣੇ ਸਿੱਖ ਸਾਥੀਆਂ ਨੂੰ ਮਿਲਿਆ, ਸੰਗਤ ਨੂੰ ਮਿਲਦਾ ਹੈ ਤੇ ਮਨ ਦੇ ਵਿੱਚ ਬੜਾ ਖੁਸ਼ ਹੋ ਰਿਹਾ ਹੈ। ਕੁਲ ਸਤਿਗੁਰ ਕੇ ਦਰਸ਼ਨ ਕਾਰਨ, ਕੁਛਕ ਲਾਜ ਜੁਤ ਗਮਨਿਓ ਪਾਸ। ਹੁਣ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ, ਥੋੜਾ ਜਿਹਾ ਸ਼ਰਮਿੰਦਾ ਹੈ ਕਿ ਗੁਰੂ ਮੈਨੂੰ ਹੁਣ ਕੀ ਕਹਿਣਗੇ। ਐਵੇਂ ਸਾਧ ਸੰਗਤ ਮੈਂ ਆਪ ਜੀ ਦੇ ਅੱਗੇ ਬੇਨਤੀ ਕਰਨੀ ਚਾਹੁੰਦਾ, ਮਨੁੱਖ ਦੁਨੀਆ ਤੋਂ ਤੇ ਸ਼ਰਮਿੰਦਾ ਹੋ ਜਾਂਦਾ ਹੈ। ਬਾਰੀ ਤੌਰ ਤੇ ਮਨੁੱਖ ਦੇ ਉੱਤੇ ਜੇ ਕੱਪੜੇ ਉਹਨੇ ਮੈਲੇ ਪਾਏ ਨੇ, ਘਰੋਂ ਬਾਹਰ ਨਹੀਂ ਨਿਕਲਦਾ। ਕਿਉਂ?
ਕਹਿ ਦਿੰਦਾ ਹੈ ਮੇਰੇ ਕੱਪੜੇ ਠੀਕ ਨਹੀਂ ਹਨ, ਮੈਂ ਨਹੀਂ ਜਾਣਾ। ਕਿਉਂ? ਲੋਕੀ ਕੀ ਕਹਿਣਗੇ। ਮੈਂ ਅੱਜ ਨਹੀਂ ਜਾ ਸਕਦਾ, ਕਿਉਂ? ਮੇਰੇ ਹਾਲਾਤ ਠੀਕ ਨਹੀਂ ਹਨ, ਲੋਕੀ ਕੀ ਕਹਿਣਗੇ। ਕਿਉਂ? ਡਰ ਦੁਨੀਆ ਦਾ ਹੈ। ਮਨੁੱਖ ਨੂੰ ਸਭ ਤੋਂ ਜ਼ਿਆਦਾ ਜੇ ਕੋਈ ਡਰ ਹੈ ਉਹ ਦੁਨੀਆ ਦਾ ਹੈ। ਮੇਰੇ ਕੱਪੜੇ ਮੈਲੇ ਨੇ, ਮੇਰੇ ਕੋਲ ਗੱਡੀ ਨਹੀਂ ਹੈ, ਮੈਂ ਮੋਟਰਸਾਈਕਲ ਤੇ ਜਾਵਾਂਗਾ ਸਾਰੇ ਹੱਸਣਗੇ, ਬੱਸੇ ਜਾਵਾਂਗਾ ਸਾਰੇ ਹੱਸਣਗੇ, ਐਵੇਂ ਮਨੁੱਖ ਨੂੰ ਸੋਚਦਾ ਹੈ। ਪਰ ਮਨੁੱਖ ਆਪਣੇ ਮਨ ਦੇ ਵਿੱਚ ਕਿੰਨੇ ਔਗਣ ਭਰੀ ਫਿਰਦਾ ਹੈ, ਇਹਨੇ ਕਦੀ ਨਹੀਂ ਸੋਚਿਆ ਮੈਨੂੰ ਗੁਰੂ ਕੀ ਕਹੇਗਾ, ਨਹੀਂ ਸੋਚਦਾ। ਕਿਉਂ? ਮਨ ਦੇ ਵਿੱਚ ਜਿਹੜੇ ਔਗਣ ਨੇ ਉਹ ਦੁਨੀਆ ਦੀ ਪਕੜ ਵਿੱਚ ਤੇ ਆਉਂਦੇ ਨੇ। ਆਪਣੇ ਮਨ ਦੇ ਵਿੱਚ ਮਨੁੱਖ ਕੀ ਕੀ ਸੋਚ ਰਿਹਾ ਕਿਸੇ ਦੀ ਫੜ ਵਿੱਚ ਨਹੀਂ ਆਉਂਦਾ, ਇਹ ਤੇ ਸਿਰਫ ਰੱਬ ਦੀ ਪਕੜ ਵਿੱਚ ਆਉਂਦਾ ਹੈ। ਇਹਨੂੰ ਤੇ ਗੁਰੂ ਜਾਣਦਾ ਇਹਦੇ ਅੰਦਰ ਕੀ ਹੈ। ਬਾਹਰੋਂ ਦੁਨੀਆ ਵੇਖ ਲੈਂਦੀ ਹੈ, ਕਿਸੇ ਦੇ ਮਿੱਠੇ ਬੋਲ ਵੇਖ ਲੈਂਦੀ ਹੈ, ਕਿਸੇ ਦੇ ਵਸਤਰ ਵੇਖ ਕੇ, ਧਾਰਮਿਕ ਲਿਬਾਸ ਵੇਖ ਕੇ ਹਿਸਾਬ ਲਗਾ ਲੈਂਦੀ ਹੈ ਬੜਾ ਵੱਡਾ ਧਾਰਮਿਕ ਹੈ। ਪਰ ਉਹ ਕਿੱਡਾ ਵੱਡਾ ਧਾਰਮਿਕ ਹੈ ਇਹ ਤੇ ਰੱਬ ਜਾਣਦਾ ਹੈ। ਔਰ ਸਾਧ ਸੰਗਤ, ਮਹਾਰਾਜ ਬਾਣੀ 'ਚ ਕਹਿੰਦੇ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ। ਪਰਮਾਤਮਾ ਨੇ ਸਾਰਿਆਂ ਦੇ ਪਰਦੇ ਢਕੇ ਹੋਏ ਨੇ ਮਨ ਦੇ ਵਿੱਚ। ਜੇ ਕਿਤੇ ਮਨ ਦੀਆਂ ਗੱਲਾਂ ਇੱਕ ਦੂਜੇ ਨੂੰ ਪਤਾ ਲੱਗਦੀਆਂ ਹੁੰਦੀਆਂ, ਇਹ ਦੁਨੀਆ ਦੇ ਵਿੱਚ ਇੱਕ ਦਿਨ ਵੀ ਇਹ ਦੁਨੀਆ ਨਹੀਂ ਸੀ ਚੱਲਣੀ। ਮੈਂ ਕਹਿੰਦਾ ਕਿ ਜੇ ਰੱਬ ਕੋਈ ਐਸੀ LCD ਪਿੱਛੇ ਲਾ ਦਿੰਦਾ ਵੀ ਜੋ ਕਿਸੇ ਮਨ ਵਿੱਚ ਚੱਲ ਰਿਹਾ ਹੈ ਉਹ ਨਾਲੋਂ ਨਾਲ ਪਿੱਛੇ ਵੇਖਦਾ ਰਹੇ, ਇਹ ਦੁਨੀਆ ਨਹੀਂ ਸੀ ਚੱਲਣੀ 5 ਮਿੰਟ ਵੀ। ਕਿਉਂ? ਗਵਾਂਢੀ ਨੇ ਗਵਾਂਢੀ ਦੀ LCD ਵੇਖ ਲੈਣੀ, ਤੂੰ ਇਹ ਕੀ ਸੋਚ ਰਿਹਾ, ਨਾਲੋਂ ਨਾਲ ਲੜ ਪੈਣਾ ਸੀ, ਨਾਲ ਹੀ ਕਹਿਣਾ ਸੀ ਤੂੰ ਨਾਲੀ ਵਿੱਚ ਗੰਦ ਪਾਇਆ, ਕਿੰਨਾ ਕਲੇਸ਼ ਹੋਣਾ ਸੀ। ਪਰ ਰੱਬ